ਪੂਰੇ ਪੰਜਾਬ ਨੂੰ ਫਿੱਟ ਕਰਨ ਦਾ ਇੱਕ ਏਮ ਬਣਾ ਲਿਆ ਕਿ ਅਸੀਂ ਪੰਜਾਬ ਦੇ ਉੱਤੇ ਜਿਹੜਾ ਕਿ ਦਾਗ ਲੱਗਿਆ ਹੋਇਆ ਨਾ ਨਸ਼ੇ ਦਾ, ਅਸੀਂ ਉਹਨੂੰ ਧੋਣਾ ਆ। ਜਹਾਜ਼ ਦੇ ਵਿੱਚ ਬੈਠਾ ਸੀ ਜਦੋਂ, ਤੇ ਕਦੀ ਸੋਚਿਆ ਵੀ ਨਹੀਂ ਸੀ ਵੀ ਮੈਂ ਬਾਈ ਏਅਰ ਜਾਊਂਗਾ, ਤੇ ਮੈਂ ਸੋਚਦਾ ਸੀ ਕਿ ਇੱਕ ਰੱਸੀ ਮੈਨੂੰ ਲੈ ਕੇ ਜਾ ਰਹੀ ਆ। ਅੱਧੇ ਘੰਟੇ ਬਾਅਦ ਫਿਰ ਜਦੋਂ ਉਹਨਾਂ ਨੇ ਆਪਣੀ ਕ੍ਰਾਸ ਚੈੱਕ ਕੀਤਾ ਤੇ ਉਹ ਜਿਹੜਾ ਰਿਕਾਰਡ ਸੀ ਮੇਰੇ ਨਾਂ ਤੇ 255 ਦਾ ਰਿਕਾਰਡ ਡਿਕਲੇਅਰ ਕਰਤਾ ਉਹਨਾਂ ਨੇ, ਤੇ ਉੱਥੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲੱਗੇ ਤੇ ਖੁਸ਼ੀ ਮਨਾਈ ਗਈ। ਅੱਜ ਦਾ ਜਿਹੜਾ ਮੇਰਾ ਰਿਕਾਰਡ ਆ ਰੋਪ ਸਕਿਪਿੰਗ ਦਾ, 2010 ਦੇ ਵਿੱਚ ਫਿਰ ਮੈਂ ਜਾ ਕੇ ਜਰਮਨ ਦੇ ਵਿੱਚ ਰਿਕਾਰਡ ਬਣਾਇਆ, ਜਿਹੜਾ ਕਿ 276 1 ਮਿੰਟ ਦੇ ਵਿੱਚ। ਅਸੀਂ ਬੜੀ ਮਿਹਨਤਾਂ ਕੀਤੀਆਂ ਆਪਣੇ ਪ੍ਰਸ਼ਾਸਨ ਦੀਆਂ ਕਿ ਸਾਡੀ ਜਿਹੜੀ ਆਵਾਜ਼ ਸਟੇਟ ਗਵਰਨਮੈਂਟ ਤੱਕ ਜਾਂ ਸੈਂਟਰ ਗਵਰਨਮੈਂਟ ਤੱਕ ਪਹੁੰਚਾਈ ਜਾਵੇ ਕਿ ਜਿਮ ਖੋਲ੍ਹੇ ਜਾਣ, ਤਾਂ ਕਿ ਬੱਚੇ ਜਿਹੜੇ ਆ ਫਰਸਟਡ ਹੋ ਰਹੇ ਆ ਤੇ ਉਹਨਾਂ ਨੂੰ ਐਕਸਰਸਾਈਜ਼ ਕਰਨ ਦਾ ਮੌਕਾ ਮਿਲੇ। ਪਰ ਸਾਡੀ ਜਿਹੜੀ ਆ ਉਹ ਮੰਗ ਪੂਰੀ ਨਹੀਂ ਹੋਈ ਹਜੇ ਤੱਕ। ਸਰਕਾਰ ਨੂੰ ਐਸੀ ਉਮੀਦ ਕਰਦੇ ਆ ਕਿ ਸਾਡੀ ਉਹ ਸਪੋਰਟ ਕਰੇ, ਸਪੋਰਟਸ ਨੂੰ ਸਪੋਰਟ ਕਰੇ, ਜਿਮ ਬਹੁਤ ਜਲਦੀ ਖੋਲ੍ਹਣ, ਤਾਂ ਕਿ ਜਿਹੜਾ ਇਹ ਇੱਕ ਇਮਿਊਨਿਟੀ ਸਿਸਟਮ ਆ ਕਿ ਉਹਨੂੰ ਸਟਰੋਂਗ ਕੀਤਾ ਜਾਵੇ। ਬਚਪਨ ਦੇ ਵਿੱਚ ਰੱਸੀ ਤਾਂ ਸਾਰਿਆਂ ਨੇ ਟੱਪੀ ਹੋਣੀ ਆ। ਉਹ ਰੱਸੀ ਕੀ ਤੁਹਾਨੂੰ ਪ੍ਰਸਿੱਧੀ ਵੱਲ ਲਿਜਾ ਸਕਦੀ ਹੈ? ਉਹ ਰੱਸੀ ਟੱਪਣਾ ਹੀ ਤੁਹਾਡੇ ਜੀਵਨ ਦਾ ਮਕਸਦ ਤੇ ਰੁਜ਼ਗਾਰ ਦਾ ਸਾਧਨ ਬਣ ਸਕਦੀ ਹੈ? ਸ਼ਾਇਦ ਇੱਦਾਂ ਸਾਰਿਆਂ ਨਾਲ ਨਹੀਂ ਹੁੰਦਾ, ਕੋਈ ਟਾਵਾਂ ਹੁੰਦਾ ਹੈ। ਔਰ ਉਹਨਾਂ ਦੇ ਵਿੱਚੋਂ ਹੀ ਰਣਜੀਤ ਪਾਲ ਪਾਬਲਾ ਹੋਰੀ ਨੇ ਫਗਵਾੜਾ ਦੇ ਵਿੱਚ, ਜਿਨ੍ਹਾਂ ਨੇ ਰੱਸੀ ਟੱਪਣ ਦੀ ਸ਼ੁਰੂਆਤ ਕੀਤੀ ਔਰ ਉਸ ਰੱਸੀ ਟੱਪਣ ਦੀ ਰਫ਼ਤਾਰ ਇਸ ਕਦਰ ਵਧਾਈ ਕਿ ਉਹਨਾਂ ਦਾ ਨਾਮ ਲਿਮਕਾ ਬੁੱਕ ਆਫ ਰੈਕਰਡਸ ਦੇ ਵਿੱਚ ਆ ਗਿਆ। ਉਸ ਤੋਂ ਬਾਅਦ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਵਿੱਚ ਰੱਸੀ ਟੱਪਣ ਦੇ ਵਿੱਚ ਉਹਨਾਂ ਨੇ ਕਈ ਤਰੀਕੇ ਦੇ ਮੈਡਲ ਜਿੱਤੇ। ਅੱਜ ਸਾਡੇ ਨਾਲ ਮੌਜੂਦ ਨੇ ਰਣਜੀਤ ਪਾਲ ਪਾਬਲਾ ਜੀ। ਪਾਬਲਾ ਜੀ, ਸਭ ਤੋਂ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਤੁਹਾਨੂੰ ਟੀਵੀ ਪੰਜਾਬ ਦੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਥੈਂਕਸ ਤੁਹਾਡਾ ਕਿ ਤੁਸੀਂ ਅੱਜ ਮੇਰੇ ਕੋਲ ਆਏ, ਔਰ ਬਹੁਤ ਚੰਗਾ ਲੱਗਿਆ ਕਿ ਤੁਸੀਂ ਸਪੋਰਟਸ ਨੂੰ ਪ੍ਰਮੋਟ ਕਰ ਰਹੇ ਹੋ, ਔਰ ਮੈਂ ਦੁਬਾਰਾ ਤੁਹਾਡਾ ਥੈਂਕਸ ਕਰਦਾ ਤੁਸੀਂ ਅੱਜ ਮੇਰੇ ਕੋਲ ਆਏ। ਅੱਛਾ, ਤੁਹਾਡਾ ਡੀਲ ਡੌਲ ਦੇਖ ਕੇ ਲੱਗਦਾ ਹੈ ਕਿ ਇਹ ਸ਼ਖਸ ਜਿਹੜਾ ਆ ਉਹ ਸਪੋਰਟਸ ਨੂੰ ਪਿਆਰ ਕਰਨ ਵਾਲਾ ਆ, ਇਹ ਸਰੀਰ ਨੂੰ ਪਿਆਰ ਕਰਨ ਵਾਲਾ ਆ। ਔਰ ਡੀਲ ਡੌਲ ਮੇਰੇ ਨਾਲ ਤਾਂ ਕਿਤੇ ਜ਼ਿਆਦਾ ਵਧੀਆ ਸਿਹਤ ਤੁਹਾਡੀ ਹੈਗੀ ਆ। ਮੈਨੂੰ ਆਪ ਨੂੰ ਲੱਗਦਾ ਕਿ ਮੈਨੂੰ ਵੀ ਥੋੜ੍ਹੀ ਬਹੁਤੀ ਮਿਹਨਤ ਕਰਨ ਦੀ ਲੋੜ ਹੈਗੀ ਹੈ, ਥੋੜ੍ਹਾ ਬਹੁਤਾ ਬਣਨ ਸਵਰਨ ਦੀ ਲੋੜ ਹੈਗੀ ਆ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਰੱਸੀ ਟੱਪਣਾ, ਇਹ ਨਾ ਖੇਡ ਜਿਹੀ ਹੈ, ਇੱਕ ਵੈਸੇ ਹੀ ਸ਼ੁਗਲ ਜਿਹਾ ਹੀ ਹੈ ਇੱਕ ਤਰੀਕੇ ਦਾ। ਮੁੰਡੇ ਵੀ ਟੱਪਦੇ, ਕੁੜੀਆਂ ਵੀ ਟੱਪਦੇ। ਇਹਨੂੰ ਸਪੋਰਟਸ ਬਣਾਉਣਾ, ਇਹਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਉਣਾ ਔਰ ਇਹਦੇ ਵਿੱਚ ਜਿਹੜਾ ਉਹ ਰੈਕਟਸ ਬਣਾਉਣਾ, ਇਹ ਦਿਮਾਗ ਦੇ ਵਿੱਚ ਖਿਆਲ ਕਿਵੇਂ ਆਇਆ ਤੇ ਇਸ ਵੱਲ ਵਧੇ ਕਿੱਦਾਂ ਤੁਸੀਂ? ਗੱਲ ਕਰੀਏ ਤਾਂ ਬਹੁਤ ਪੁਰਾਣੀ ਗੱਲ ਆ ਵੀ ਜਦੋਂ ਅਸੀਂ ਗਲੀ ਮੁਹੱਲੇ 'ਚ ਖੇਡਦੇ ਸੀ ਤਾਂ ਆਮ ਕਰਕੇ ਆਪਾਂ ਰੱਸੀ ਟੱਪਦੇ ਸੀ। ਅੱਜ ਦੇ ਹਾਲਾਤ ਇਹ ਆ ਵੀ ਜੇ ਅਸੀਂ ਕਿਸੇ ਨੂੰ ਇਹ ਗੱਲ ਕਹੀਏ ਨਾ ਵੀ ਰੱਸੀ ਟੱਪਣਾ, ਤੇ ਉਹ ਹੈਰਾਨ ਹੋ ਜਾਂਦਾ ਰੱਸੀ ਟੱਪਣਾ ਕੀ ਹੁੰਦਾ ਆ, ਕਿਉਂਕਿ ਮਾਹੌਲ ਹੀ ਨਹੀਂ ਰਿਹਾ। ਲੋਕੀ ਬੱਚੇ ਜਿਹੜੇ ਆ ਉਹ ਜ਼ਿਆਦਾ ਕਰਕੇ ਵੀਡੀਓ ਤੇ ਆ ਤੇ ਜਾਂ ਮੋਬਾਈਲ ਦੇ ਉੱਤੇ ਗੇਮ ਖੇਡਦੇ ਆ, ਤੇ ਗਰਾਊਂਡ ਦੇ ਵਿੱਚ ਵੀ ਜਾਣਾ ਬੜਾ ਮੁਸ਼ਕਲ ਹੋ ਗਿਆ ਬੱਚਿਆਂ ਦਾ, ਕਿਉਂਕਿ ਉਹਨਾਂ ਦੀਆਂ ਕੁਝ ਪੜ੍ਹਾਈਆਂ ਇੱਦਾਂ ਦੀਆਂ ਹੋ ਗਈਆਂ ਕਿਉਂਕਿ ਉਹ ਮੋਬਾਈਲ ਦੇ ਉੱਤੇ ਬਿਜ਼ੀ ਰਹਿੰਦੇ ਆ। ਹੁਣ ਗੱਲ ਕਰਦੇ ਆ ਮੈਂ ਆਪਣੀ, ਤੇ 1975 ਦੇ ਵਿੱਚ ਮੈਂ ਐਕਸਰਸਾਈਜ਼ ਸ਼ੁਰੂ ਕੀਤੀ ਸੀ, ਔਰ ਮੇਰੇ ਅੰਦਰ ਇੱਕ ਜਜ਼ਬਾ ਜਿਹਾ ਬਣਿਆ ਵੀ ਮੈਂ ਕੁਝ ਕਰਨਾ। ਓਕੇ। ਤੇ 1975 ਦੇ ਵਿੱਚ ਮੈਂ ਪਹਿਲਾਂ ਖਾੜਾ ਜੁਆਇਨ ਕੀਤਾ ਸੀ। ਸਾਡੇ ਇੱਥੇ ਲਾਗੇ ਸੀਗੇ ਮੱਦੀ ਭਲਵਾਨ ਜੀ, ਉਹਨਾਂ ਦਾ ਖਾੜਾ ਸੀ, ਉੱਥੋਂ ਮੈਂ ਸ਼ੁਰੂਆਤ ਕੀਤੀ। ਤੇ 2-4 ਸਾਲ ਮੈਂ ਖਾੜੇ ਦੇ ਵਿੱਚ ਗਿਆ। ਉਸ ਤੋਂ ਬਾਅਦ ਮੇਰੀ ਮੈਟ੍ਰਿਕ ਦੀ ਪੜ੍ਹਾਈ ਪੂਰੀ ਹੋਈ ਤੇ ਮੈਂ ITI ਹੁਸ਼ਿਆਰਪੁਰ ਦੇ ਵਿੱਚ ਜੁਆਇਨ ਕਰ ਲਿਆ। ਐਜ਼ ਏ ਡੀਜ਼ਲ ਮਕੈਨਿਕ ਦੇ ਵਿੱਚ ਮੈਂ ਕੋਰਸ ਕੀਤਾ, ਤੇ ਮੇਰੇ ਕੋਲ ਫਿਰ ਟਾਈਮ ਘੱਟ ਗਿਆ ਤੇ ਮੈਂ ਹੁਣ ਆਪਣੀ ਐਕਸਰਸਾਈਜ਼ ਕਿੱਦਾਂ ਕਰਾਂ, ਕਿਉਂਕਿ ਉੱਥੇ ਮੈਨੂੰ 5 ਵੱਜ ਜਾਂਦੇ ਸੀ। ਫਿਰ ਮੈਂ ਦੇਖਦਾ ਸੀ ਵੀ ਮੈਂ ਕਿੱਦਾਂ ਸ਼ੁਰੂ ਕਰਾਂ ਐਕਸਰਸਾਈਜ਼। ਫਿਰ ਮੈਨੂੰ ਹੌਲੀ ਪਤਾ ਲੱਗਿਆ ਵੀ ਇੱਥੇ ਸਾਡੇ ਮਾਡਲ ਟਾਊਨ ਦੇ ਵਿੱਚ, ਆਪਣੇ ਟਾਊਨ ਹਾਲ ਦੇ ਵਿੱਚ ਇੱਕ ਛੋਟਾ ਜਿਹਾ ਜਿਮ ਹੈ ਜੀ, ਤੇ ਉੱਥੇ ਪਿੰਗਾ ਝੂਟੇ ਵੀ ਲੱਗੇ ਸੀਗੇ ਤੇ ਚਿੰਨ੍ਹ ਵਗੈਰਾ, ਪੈਡਲ ਵਾਰਡਰਸ ਉੱਥੇ ਆਮ ਕਰਕੇ ਲੋਕੀ ਜਾਂਦੇ ਸੀ। ਫਿਰ ਮੈਂ ਉੱਥੇ ਸ਼ੁਰੂ ਕੀਤਾ। ਛੋਟਾ ਜਿਹਾ ਕਮਰਾ ਸੀ, ਅੰਦਰ ਉਹਦੇ ਡੰਬਲ ਵਗੈਰਾ ਪਏ ਸੀ, ਸਪਰਿੰਗ ਵਗੈਰਾ ਪਏ ਸੀ। ਮੈਂ ਉੱਥੇ ਐਕਸਰਸਾਈਜ਼ ਸ਼ੁਰੂ ਕੀਤੀ। ਉੱਥੇ ਮੈਂ ਨੀਅਰ ਅਬਾਊਟ ਸਾਲ 6 ਮਹੀਨੇ ਐਕਸਰਸਾਈਜ਼ ਕੀਤੀ। ਪਰ ਫਿਰ ਮੈਨੂੰ ਲੱਗਿਆ ਵੀ ਮੇਰਾ ਹਜੇ ਦਾਇਰਾ ਜਿਹੜਾ ਇਹ ਬਹੁਤ ਛੋਟਾ ਹੈ, ਵੀ ਮੈਨੂੰ ਹੋਰ ਕਿਤੇ ਜਾਣਾ ਚਾਹੀਦਾ। ਤੇ 1 ਅਕਤੂਬਰ 1981 ਨੂੰ ਮੈਂ ਫਿਰ ਜੁਆਇਨ ਕੀਤਾ ਗੁਰੂ ਨਾਨਕ ਕਲੱਬ, ਜੋ ਕਿ ਮਾਡਲ ਟਾਊਨ ਦੇ ਵਿੱਚ ਆ। ਬਹੁਤ ਵਧੀਆ ਮਾਹੌਲ ਸੀ ਉੱਥੇ ਦਾ, ਬੜੇ ਇੰਟਰਨੈਸ਼ਨਲ ਲੈਵਲ ਦੇ ਉੱਥੇ ਖਿਡਾਰੀ ਸੀਗੇ,
ਉੱਥੇ ਗੋਬਿੰਦ ਧਮਾਨ ਸੀ, ਫਿਰ ਆਪਣੇ ਇੱਕ ਮੁੰਡਾ ਮੇਸ਼ੀ ਕਰਕੇ ਉਹ ਸੀ, ਜਿਹੜੇ ਕਿ ਵਰਲਡ ਲੈਵਲ ਦੇ ਉਹ ਪਾਵਰ ਲਿਫਟਰ ਸੀਗੇ, ਅਤੇ ਜਸਵਿੰਦਰ ਸਿੰਘ ਉੱਭੀ ਸੀ। ਅਤੇ ਉਹਨਾਂ ਨਾਲ ਮੈਂ ਗੱਲ ਕੀਤੀ, ਮੈਂ ਕਿਹਾ ਸਰ ਮੈਂ ਕੁਛ ਕਰਨਾ ਚਾਹੁੰਦਾ ਹਾਂ। ਅਤੇ ਉੱਥੇ ਪ੍ਰੈਜ਼ੀਡੈਂਟ ਸੀਗੇ, ਵਾਲੀਆ ਜੀ ਸੀਗੇ, ਉਹਨਾਂ ਦੀ ਪੂਰੀ ਫੈਮਿਲੀ ਉਹਦੇ ਨਾਲ ਟੱਚ ਸੀ, ਕਲੱਬ ਦੇ ਨਾਲ, ਕਿਉਂਕਿ ਉਹ ਜਗ੍ਹਾ ਵੀ ਉਹਨਾਂ ਦੀ ਸੀਗੀ। ਅਤੇ ਮੈਂ ਕਿਹਾ ਮੈਂ ਕੁਛ ਕਰਨਾ ਚਾਹੁੰਦਾ। ਮੈਨੂੰ ਉਹਨਾਂ ਨੇ ਦੱਸਿਆ ਵੀ ਤੂੰ ਬੋਡੀ ਬਿਲਡਿੰਗ ਕਰ, ਤੇਰੀ ਬੋਡੀ ਬਹੁਤ ਵਧੀਆ ਜੀ। ਮੈਂ ਕਿਹਾ ਸਰ ਮੈਂ ਇਹੀ ਕਰਨਾ ਚਾਹੁੰਦਾ। ਅਤੇ ਮੈਨੂੰ ਉਹਨਾਂ ਨੇ ਦੱਸਿਆ ਵੀ ਤੁਸੀਂ 9 ਅਕਤੂਬਰ ਨੂੰ ਪਹਿਲਾ ਕੰਪੀਟੀਸ਼ਨ ਸੀ ਜਲੰਧਰ ਦੇ ਵਿੱਚ, ਡਾਕਟਰ ਰਣਧੀਰ ਉਹ ਜਨਰਲ ਸੈਕਟਰੀ ਸੀ ਪੰਜਾਬ ਦੇ। ਅਤੇ 9 ਅਕਤੂਬਰ ਨੂੰ ਮੈਂ ਪਹਿਲਾ ਕੰਪੀਟੀਸ਼ਨ ਕੀਤਾ, ਜਦ ਕਿ ਮੈਨੂੰ ਬੋਡੀ ਬਿਲਡਿੰਗ ਬਾਰੇ ਪਤਾ ਨਹੀਂ ਸੀ। ਉੱਥੇ ਮੈਨੂੰ ਨੌਲੇਜ ਆਈ ਵੀ ਇਹਦੇ ਵਿੱਚ ਪੋਜ ਬਣਦੇ ਆ, ਸਰੀਰ ਨੂੰ ਦਿਖਾ ਲੈਣਾ ਆ, ਬਾਲ ਵਗੈਰਾ ਕੱਟ ਲੈਣੇ ਆ। ਚਲੋ ਮੈਨੂੰ ਇੱਕ ਸੇਧ ਮਿਲ ਗਈ। ਅੱਛਾ, ਜਿਹੜੀ ਸ਼ੁਰੂਆਤ ਤੁਸੀਂ ਦੱਸਦੇ ਆ ਨਾ, ਪਹਿਲਵਾਨੀ ਤੋਂ ਸ਼ੁਰੂਆਤ ਹੁੰਦੀ ਆ, ਫਿਰ ਬਾਡੀ ਬਿਲਡਿੰਗ ਕਰਦੇ। ਇਹ ਦੋਨੋਂ ਹੀ ਸਪੋਰਟਸ ਇਹੋ ਜਿਹੀਆਂ, ਦੋਨੋਂ ਖੇਡਾਂ ਇਹੋ ਜਿਹੀਆਂ ਨੇ, ਆਮ ਧਾਰਨਾ ਹੈ ਕਿ ਇਹਦੇ ਵਿੱਚ ਵਿਅਕਤੀ ਜਿਹੜਾ ਨਾ ਉਹ ਧੀਮਾ ਹੋ ਜਾਂਦਾ, ਸਲੋ ਹੋ ਜਾਂਦਾ। ਪਹਿਲਵਾਨ ਵੀ ਥੋੜ੍ਹੇ ਜਿਹੇ ਸਲੋ ਹੁੰਦੇ ਆ, ਤੇ ਬਾਡੀ ਬਿਲਡਰ ਵੀ ਜਿਹੜਾ ਉਹ ਜਿਸਮ ਤਾਂ ਜ਼ਰੂਰ ਬਣਿਆ ਹੁੰਦਾ, ਪਰ ਉਹਦੀ ਰਫ਼ਤਾਰ ਥੋੜ੍ਹੀ ਧੀਮੀ ਹੋ ਜਾਂਦੀ। ਪਰ ਰਿਕਾਰਡ ਤੁਸੀਂ ਰਫ਼ਤਾਰ ਦੇ ਵਿੱਚ ਬਣਾਇਆ। ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗਾ ਕਿ ਜਦੋਂ ਮੇਰੀ ਡਾਕਟਰ ਰਣਧੀਰ ਨਾਲ ਮੈਂ ਟੱਚ ਵਿੱਚ ਆਇਆ, ਫਿਰ ਮੈਂ ਉਹਨਾਂ ਦੇ ਕੋਲ ਗਾਈਡ ਲੈਣੀ ਸ਼ੁਰੂ ਕਰਤੀ। ਅਤੇ ਉਸ ਦੌਰਾਨ ਕੰਪੀਟੀਸ਼ਨ ਹੋਇਆ ਗੁਰਦਾਸਪੁਰ ਦੇ ਵਿੱਚ 14 ਫਰਵਰੀ 1982 ਨੂੰ। ਉੱਥੇ ਮੇਰਾ ਮੁਲਾਕਾਤ ਹੋਈ ਪਦਮ ਸ਼੍ਰੀ ਪ੍ਰੇਮ ਚੰਦ ਡੇਗਰਾ ਜੀ, ਜੋ ਕਿ ਵਰਲਡ ਚੈਂਪੀਅਨ ਨੇ ਇਸ ਵੇਲੇ। ਅਤੇ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ, ਅਤੇ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਵੀ ਕਾਕਾ ਤੇਰੀ ਬੋਡੀ ਬਹੁਤ ਸੋਹਣੀ ਆ। ਉਹਨਾਂ ਨੇ ਮੈਨੂੰ ਸ਼ਡਿਊਲ ਦੱਸੇ ਵੀ ਬੋਡੀ ਬਿਲਡਿੰਗ ਵਿੱਚ ਕਿਹੜੇ ਐਕਸਰਸਾਈਜ਼ ਕਿੱਦਾਂ ਕਰਨੀ ਆ, ਅਤੇ ਮੈਂ ਕ੍ਰੀਏਟਿਵ ਮਾਈਂਡ ਦੇ ਨਾਲ ਐਕਸਰਸਾਈਜ਼ ਦੇ ਵਿੱਚ ਚੱਲਦਾ ਰਿਹਾ ਜੀ। ਅਤੇ 25 ਜੁਲਾਈ 1982 ਜਿਹੜਾ ਮੇਰਾ ਦਿਨ ਬਹੁਤ ਹੀ ਇੱਕ ਟਰਨਿੰਗ ਪੁਆਇੰਟ ਸੀ। ਉਹ ਅਤੇ ਕੰਪੀਟੀਸ਼ਨ ਸੀ ਫਲੋਰ ਦੇ ਵਿੱਚ, ਜੂਨੀਅਰ ਮਿਸਟਰ ਪੰਜਾਬ। ਅਤੇ 25 ਜੁਲਾਈ 1982 ਨੂੰ ਮੇਰਾ ਆਖਰੀ ਦਿਨ ਸੀ ਜੂਨੀਅਰ ਦਾ, ਅਤੇ ਉਸ ਦਿਨ ਮੈਂ ਮਿਸਟਰ ਪੰਜਾਬ ਦਾ ਟਾਈਟਲ ਜਿੱਤਿਆ ਬਾਡੀ ਬਿਲਡਿੰਗ ਦੇ ਵਿੱਚ। ਬਾਡੀ ਬਿਲਡਿੰਗ ਮਿਸਟਰ ਪੰਜਾਬ ਦਾ ਟਾਈਟਲ ਜਿੱਤਿਆ। ਉਸ ਤੋਂ ਬਾਅਦ ਫਿਰ ਦਿਨ ਰਾਤ ਦਿਮਾਗ 'ਚ ਬਹਿ ਗਿਆ ਸੀਨੀਅਰ ਮਿਸਟਰ ਪੰਜਾਬ, ਵੀ ਸੀਨੀਅਰ ਮਿਸਟਰ ਪੰਜਾਬ ਦਾ ਟਾਈਟਲ ਜਿੱਤਣਾ। ਉਹਦੇ ਵਾਸਤੇ ਮੈਨੂੰ ਫਿਰ 6 ਸਾਲ ਲੱਗੇ ਜੀ, ਦਿਨ ਰਾਤ ਮਿਹਨਤ ਕੀਤੀ। 1988 ਨੂੰ ਮੈਂ ਸੀਨੀਅਰ ਮਿਸਟਰ ਪੰਜਾਬ ਦਾ ਟਾਈਟਲ ਜਿੱਤਿਆ, ਅਤੇ ਉਸੇ ਸਾਲ ਮੈਂ ਬਾਡੀ ਬਿਲਡਿੰਗ ਦੇ ਵਿੱਚ ਮਿਸਟਰ ਇੰਡੀਆ ਰਨਰ ਅਪ ਦਾ ਖਿਤਾਬ ਵੀ ਜਿੱਤਿਆ। ਮੈਨੂੰ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਨਾ, ਮੈਂ ਇੱਕੋ ਪਰਸੈਪਸ਼ਨ ਆਪਣੇ ਦਿਮਾਗ ਦੇ ਵਿੱਚ ਬਣਾ ਕੇ ਆਇਆ ਸੀਗਾ ਕਿ ਮੈਂ ਉਸ ਸ਼ਖਸ ਨੂੰ ਇੰਟਰਵਿਊ ਕਰ ਰਿਹਾ ਹਾਂ ਜਿਹੜਾ ਸ਼ਖਸ ਲਿਮਕਾ ਬੁੱਕ ਆਫ ਰੈਕਰਡਸ ਦੇ ਵਿੱਚ ਇਸ ਕਰਕੇ ਆਪਣਾ ਨਾਮ ਦਰਜ ਕਰਵਾਉਂਦਾ ਹੈ ਕਿ ਤੇਜ਼ ਰਫ਼ਤਾਰ ਨਾਲ ਉਹਨੇ ਰੱਸੀ ਟੱਪੀ ਹੈ। ਪਰ ਬਿਲਕੁਲ ਉਹ ਜਿੱਦਾਂ ਪਿਆਜ਼ ਦੇ ਛਿਲਕੇ ਫਰੋਲੀ ਜਾ ਉਹਨਾਂ ਦੇ ਵਿੱਚੋਂ ਨਵਾਂ ਛਿਲਕਾ ਨਿਕਲ ਕੇ ਆਉਂਦਾ। ਮੈਨੂੰ ਲੱਗਦਾ ਹੁਣ ਤੁਸੀਂ ਬਾਡੀ ਬਿਲਡਿੰਗ ਦੇ ਵਿੱਚ ਵੀ ਆਪਣੇ ਅਵਾਰਡਾਂ ਦੀ ਗੱਲ ਕਰਦੇ ਹੋ, ਅਤੇ ਉਹ ਜਿਹੜੀ ਗੱਲ ਮੈਂ ਸੋਚ ਗਿਆ ਸੀ ਉਹਦੇ ਤੱਕ ਗੱਲ ਤਾਂ ਹਲੇ ਪਹੁੰਚਣੀ ਆ, ਅਜੇ ਪਹੁੰਚੂਗੀ। 1992 ਤੱਕ ਮੈਂ ਬਾਡੀ ਬਿਲਡਿੰਗ ਕੀਤੀ ਜੀ, ਠੀਕ ਹੈ ਨੀ। 92 ਦੇ ਵਿੱਚ ਫਿਰ ਮੈਨੂੰ ਪੰਜਾਬ ਐਸੋਸੀਏਸ਼ਨ ਨੇ ਮੈਨੂੰ ਕਿਹਾ ਵੀ ਤੁਸੀਂ ਹੁਣ ਗੇਮ ਨੂੰ ਇੱਕ ਸਾਈਡ 'ਤੇ ਕਰ ਦਿਓ, ਤੁਸੀਂ ਆਫੀਸ਼ੀਅਲ ਬਣੋ, ਕਿਉਂਕਿ ਬਾਡੀ ਬਿਲਡਿੰਗ ਨੂੰ ਰਾਈਜ਼ ਕਰਨ ਵਾਸਤੇ ਆਫੀਸ਼ੀਅਲ ਜ਼ਰੂਰੀ ਆ ਜੀ। ਅਤੇ 1992 ਦੇ ਵਿੱਚ ਮੈਂ ਨੈਸ਼ਨਲ ਜੱਜ ਵੀ ਮੈਂ ਬਣਿਆ, ਅਤੇ ਪੰਜਾਬ ਦਾ ਮੈਂ ਜੁਆਇੰਟ ਸੈਕਟਰੀ ਬਣਿਆ ਬਾਡੀ ਬਿਲਡਿੰਗ ਦਾ। ਅਤੇ ਮੇਰੇ ਜਿਹੜੇ ਕੰਪੀਟੀਸ਼ਨ ਉਹ ਮੇਰੇ ਖਤਮ ਹੋ ਗਏ, ਪਰ ਮੇਰੇ ਅੰਦਰ ਕੁਝ ਬਚਦਾ ਸੀ ਅਤੇ ਕੁਝ ਕਰਨਾ ਆ। ਮੈਂ ਆਪਣੀ ਐਕਸਰਸਾਈਜ਼ ਡੇਲੀ ਕਰਦਾ ਸੀ, ਉਹਦੇ ਵਿੱਚ ਮੈਂ ਹੌਲੀ ਹੌਲੀ ਰੱਸੀ ਟੱਪਣੀ ਸ਼ੁਰੂ ਕੀਤੀ ਜੀ। ਜਦੋਂ ਰੱਸੀ ਟੱਪਣੀ ਸ਼ੁਰੂ ਕੀਤੀ ਅਤੇ ਆਪਣੇ ਜਿਮ ਦੇ ਵਿੱਚ ਜਦੋਂ ਮੈਂ ਰੱਸੀ ਟੱਪੀ, ਅਤੇ ਬੱਚੇ ਕਹਿੰਦੇ ਭਾਜੀ ਕਿਆ ਬਾਤ ਆ, ਰੱਸੀ ਤੁਸੀਂ ਬੜੀ ਤੇਜ਼ ਟੱਪਦੇ ਆ। ਉਹ ਮੈਨੂੰ ਥੋੜ੍ਹਾ ਐਪਰੀਸ਼ੀਏਟ ਹੁੰਦਾ ਬਈ ਇਹਨੂੰ ਮੈਂ ਥੋੜ੍ਹਾ ਹੋਰ ਤੇਜ਼ ਕਰ ਸਕਦਾ। ਜਦੋਂ ਬੱਚਿਆਂ ਨੇ ਕਹਿਣਾ ਅਤੇ ਮੈਂ ਕਹਿਣਾ ਚਲੋ ਠੀਕ ਆ ਮੈਂ ਕਰਦਾ। ਅਤੇ ਇੱਦਾਂ ਹੀ ਕਰਦੇ ਕਰਦੇ ਜਦੋਂ ਮੈਂ ਰੱਸੀ ਟੱਪੀ ਅਤੇ ਸ਼ਹਿਰ ਦੇ ਵਿੱਚ ਗੱਲ ਫੈਲਣੀ ਸ਼ੁਰੂ ਹੋ ਗਈ ਵੀ ਭਾਜੀ ਰੱਸੀ ਬਹੁਤ ਵਧੀਆ ਟੱਪਦੇ ਆ। ਫਿਰ ਮੇਰੇ ਕੋਲ ਜਿੰਨੀ ਤੇਜ਼ ਤੁਸੀਂ ਰੱਸੀ ਟੱਪੀ ਓਨੀ ਤੇਜ਼ ਤੁਹਾਡੀ ਗੱਲ ਵੀ ਪਹੁੰਚ ਗਈ ਸ਼ਹਿਰ 'ਚ। ਗੱਲ ਵੀ ਪਹੁੰਚ ਗਈ। ਉਹਨਾਂ ਜ਼ਮਾਨਿਆਂ ਵਿੱਚ ਜਿੱਦਾਂ ਹੁਣ ਅੱਜ ਤੁਸੀਂ ਆਏ ਆ, ਅੱਗੇ ਇੱਦਾਂ ਨਹੀਂ ਸੀ ਹੁੰਦਾ। ਅੱਗੇ ਪਹਿਲਾਂ ਉਹਦੀ ਪਰਮਿਸ਼ਨ ਲੈਣੀ ਪੈਂਦੀ ਸੀ ਵੀ ਅਸੀਂ ਉਹਦੀ ਇੰਟਰਵਿਊ ਕਰਨੀ ਆ। ਅਤੇ ਮੇਰੇ ਕੋਲ ਜੀ ਨਿਊਜ਼ ਵਾਲੇ ਆਏ, ਜਦੋਂ ਉਹਨਾਂ ਤੱਕ ਗੱਲ ਪਹੁੰਚੀ ਅਤੇ ਉਹਨਾਂ ਨੇ ਮੈਨੂੰ ਵੈਸੇ ਮੇਰਾ ਟ੍ਰਾਇਲ ਲਿਆ ਵੀ ਰੱਸੀ ਵਧੀਆ ਟੱਪਦੇ ਆ। ਫਿਰ ਉਹਨਾਂ ਨੇ ਪਰਮਿਸ਼ਨ ਲਈ, ਉਦੋਂ ਉਹਨਾਂ ਦਾ ਆਫਿਸ ਸੀਗਾ ਬੰਬੇ ਦੇ ਵਿੱਚ। ਉਹਨਾਂ ਨੇ ਪਰਮਿਸ਼ਨ ਲਈ ਵੀ ਅਸੀਂ ਇੱਦਾਂ ਕਰਕੇ ਇਹਦੀ ਇੱਕ ਸਟੋਰੀ ਬਣਾਉਣੀ ਆ। ਅਤੇ ਉਹ ਸਪੈਸ਼ਲ ਕੈਸਟ ਆਉਂਦੀ ਸੀ ਇੱਕ ਬੰਦੇ ਵਾਸਤੇ, ਅਤੇ ਉਹ ਉਹਨਾਂ ਦੇ ਕੋਲ ਆਈ ਮੇਰੇ ਨਾਮ 'ਤੇ, ਅਤੇ ਉਹਨਾਂ ਨੇ ਮੈਨੂੰ ਮੇਰੀ ਅਟੈਂਪਟ ਲਈ। ਅਤੇ ਮੈਂ ਉਦੋਂ ਥੋੜ੍ਹਾ ਜਿਹਾ ਆਪਣਾ ਨਾ ਥੋੜ੍ਹਾ ਦੇਖ ਰਿਹਾ ਸੀ ਵੀ ਕੰਪੀਟੀਸ਼ਨ ਕਿੱਦਾਂ ਹੋ ਰਹੇ ਆ। ਅਤੇ ਬਾਹਰਲੇ ਦੇਸ਼ਾਂ ਦੇ ਵਿੱਚ 15 ਸਕਿੰਟ 30 ਸਕਿੰਟ ਦੇ ਇੱਦਾਂ ਦੇ ਕੰਪੀਟੀਸ਼ਨ ਚੱਲਦੇ ਸੀ, ਅਤੇ ਮੈਂ ਉਦੋਂ 15 ਸੈਕਿੰਡ ਦੀ ਅਟੈਂਪਟ ਕੀਤੀ ਜੀ। ਉਹ ਇੰਨੀ ਫਾਸਟ ਹੋ ਗਈ ਵੀ ਜੀ ਨਿਊਜ਼ ਨੇ ਮੈਨੂੰ ਪੂਰਾ ਹਾਈਲਾਈਟ ਕਰਤਾ। ਮੈਨੂੰ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਇੱਦਾਂ ਫੋਨ ਆਉਣੇ ਸ਼ੁਰੂ ਹੋ ਗਏ ਵੀ ਭਾਜੀ ਤੁਹਾਡੀ ਅਸੀਂ ਵੀਡੀਓ ਦੇਖੀ, ਇਹ ਤਾਂ ਤੁਸੀਂ ਕਮਾਲ ਹੀ ਕਰਤਾ। ਅਤੇ ਉਸ ਤੋਂ ਬਾਅਦ ਮੇਰਾ ਲਿਮਕਾ ਦੇ ਨਾਲ ਟੱਚ ਹੋਇਆ 2004 ਦੇ ਲਾਸਟ ਵਿੱਚ। ਉਹਨਾਂ ਨੇ ਮੈਨੂੰ ਕਿਹਾ ਵੀ ਜੇ ਤੁਸੀਂ ਵਧੀਆ ਰੱਸੀ ਟੱਪਦੇ ਹੋ ਤਾਂ ਸਾਡੇ ਵਾਸਤੇ ਰੱਸੀ ਟੱਪੋ। ਅਤੇ ਮੈਂ 19 ਫਰਵਰੀ 2005 ਨੂੰ
ਉਹਨਾਂ ਵਾਸਤੇ ਮੈਂ ਰੱਸੀ ਟੱਪੀ। ਤੇ ਜਿਹੜੀ ਆਪਣੇ ਐਸਡੀਐਮ ਸਰਦਾਰ ਪ੍ਰੀਤਮ ਸਿੰਘ ਔਰ ਸਾਡੇ ਸ਼ਹਿਰ ਦੇ ਮਲਕੀਤ ਸਿੰਘ ਰੋਤਰਾ ਪ੍ਰੈਜ਼ੀਡੈਂਟ ਸੀ ਉਦੋਂ ਕਮੇਟੀ ਦੇ, ਉਹਨਾਂ ਦੀ ਹਾਜ਼ਰੀ ਦੇ ਵਿੱਚ ਮੈਂ ਰੱਸੀ ਟੱਪੀ, ਕਿਉਂਕਿ ਉਹ ਲਿਖਤੀ ਰੂਪ 'ਚ ਲੈਣਾ ਸੀ ਜੀ। ਤੇ ਉਹ ਹਾਇਰ ਪੈਲੇਸ ਦੇ ਵਿੱਚ ਮੇਰਾ ਉਹ ਸ਼ੋਅ ਹੋਇਆ ਤੇ ਉਹ 15 ਸਕਿੰਟ ਦੇ ਵਿੱਚ ਮੈਂ ਐਸਡੀਐਮ ਸਾਹਿਬ ਨੇ ਲਿਖਤੀ ਰੂਪ 'ਚ ਦਿੱਤਾ 15 ਸਕਿੰਟ 'ਚ 136, ਜਦ ਕਿ ਮੈਂ 150 ਦਾ ਦਾਅਵਾ ਕੀਤਾ ਸੀ ਜੀ। 136 ਉਹਨਾਂ ਨੇ ਕਾਊਂਟ ਕਰਕੇ ਦਿੱਤੀ ਔਰ ਲਿਮਕਾ ਰਿਕਾਰਡ ਦੇ ਵਿੱਚ ਉਹ ਮੇਰਾ ਜਿਹੜਾ ਨਾਂ ਦਰਜ ਹੋਇਆ 2005 ਦੇ ਵਿੱਚ। ਜੀ। ਉਸ ਤੋਂ ਬਾਅਦ ਇੰਨਾ ਹਾਈਲਾਈਟ ਹੋ ਗਿਆ ਵੀ ਕਿਸੇ ਨਿਊਜ਼ ਚੈਨਲ ਨੇ ਜਾਂ ਪੇਪਰ ਮੀਡੀਆ ਨੇ ਸਾਰਿਆਂ ਨੇ ਕਵਰ ਕੀਤਾ, ਕਿਸੇ ਨੇ ਨਹੀਂ ਛੱਡਿਆ। ਅੱਛਾ, ਉਹ ਜਿਹੜਾ ਤੁਸੀਂ ਰੈਕੋਰਡ ਪਹਿਲਾਂ ਬਣਾਇਆ ਸੀਗਾ, ਉਹ ਆਪਣੇ ਰੈਕੋਰਡ ਨੂੰ ਪਤਾ ਲੱਗਾ ਵਾਰ-ਵਾਰ ਤੁਸੀਂ ਆਪ ਹੀ ਬੀਟ ਵੀ ਕਰਦੇ ਰਹੇ? ਹਾਂਜੀ, 2005 ਤੋਂ ਬਾਅਦ ਆ ਫਿਰ ਜਦੋਂ ਮੇਰੀ ਨਿਊਜ਼ ਲੱਗੀ ਟ੍ਰਿਬਿਊਨ ਦੇ ਵਿੱਚ। ਟ੍ਰਿਬਿਊਨ ਦੇ ਵਿੱਚ ਜਦੋਂ ਨਿਊਜ਼ ਲੱਗੀ ਉਹ ਵਰਲਡ ਵਾਈਡ ਸੀ ਤੇ ਉਹ ਕੈਨੇਡਾ ਦੇ ਵਿੱਚ ਉਹ ਮੇਰੀ ਨਿਊਜ਼ ਚਲੇ ਗਈ, ਉੱਥੇ ਦੇ ਕਿਸੇ ਪੇਪਰ ਦੇ ਵਿੱਚ ਛਪੀ ਸੀ। ਤੇ ਕੈਨੇਡਾ ਦੀ ਜਿਹੜੀ ਇੱਕ ਰੋਪ ਸਕੀਮ ਫੈਡਰੇਸ਼ਨ ਸੀ, ਉਹਨਾਂ ਨੇ ਚੈਲੰਜ ਕਰਤਾ ਇੰਡੀਆ ਗਵਰਨਮੈਂਟ ਨੂੰ ਵੀ ਆਹ ਇੱਕ ਤੁਹਾਡੀ ਨਿਊਜ਼ ਛਪੀ ਹੈ ਵੀ ਸਾਨੂੰ ਇਹਦੇ ਬਾਰੇ ਵੈਰੀਫਿਕੇਸ਼ਨ ਦਿਓ ਜੀ, ਵੀ ਜਾਂ ਤਾਂ ਨਿਊਜ਼ ਗਲਤ ਛਪੀ ਆ ਤੇ ਕੋਈ ਨਾ ਕੋਈ ਮਿਸਟੇਕ ਹੋ ਸਕਦੀ ਹੈ, ਤੇ ਜਾਂ ਫਿਰ ਉਹ ਬੰਦੇ ਨੂੰ ਚੈੱਕ ਕਰੋ ਜੀ। ਉਹ ਜਦੋਂ ਇੱਥੇ ਦਿੱਲੀ ਦੇ ਵਿੱਚ ਆਈ ਤੇ ਦਿੱਲੀ ਦੇ ਵਿੱਚ ਇੰਡੀਅਨ ਰੋਪ ਸਕੀਮਿੰਗ ਫੈਡਰੇਸ਼ਨ ਦੇ ਜਨਰਲ ਸੈਕਟਰੀ ਸੀ ਹਰਪਾਲ ਸਿੰਘ ਫਲੋਰਾ ਜੀ। ਉਹਨਾਂ ਨੇ ਟ੍ਰਿਬਿਊਨ ਦੇ ਨਾਲ ਟੱਚ ਕਰਕੇ ਤਾਂ ਮੇਰਾ ਐਡਰੈਸ ਲਿਆ, ਜਿਹੜਾ ਕਿ ਪ੍ਰੋਫੈਸਰ ਗੰਡਮ ਸਾਹਿਬ ਨੇ ਉਹ ਮੇਰੀ ਨਿਊਜ਼ ਲਾਈ ਸੀ, ਇਹਨਾਂ ਦੇ ਕੋਲ ਆਈ, ਇਹਨਾਂ ਨੇ ਮੇਰਾ ਨੰਬਰ ਦਿੱਤਾ ਤੇ ਮੈਂ ਉਹਨਾਂ ਦੇ ਟੱਚ ਵਿੱਚ ਆਇਆ ਤੇ ਉਹਨਾਂ ਨੇ ਮੈਨੂੰ ਚੈੱਕ ਕਰਨ ਦੇ ਵਾਸਤੇ ਮੈਨੂੰ ਦਿੱਲੀ ਬੁਲਾਇਆ। ਮੈਂ ਦਿੱਲੀ ਗਿਆ, ਮੇਰਠ ਦੇ ਵਿੱਚ ਆਪਣੇ ਚਰਨ ਸਿੰਘ ਯੂਨੀਵਰਸਿਟੀ ਦੇ ਵਿੱਚ ਪੂਰੇ ਇੰਡੀਆ ਲੈਵਲ ਦਾ ਚੈਂਪੀਅਨਸ਼ਿਪ ਸੀ ਰੋਪ ਸਕਿਪਿੰਗ ਦੀ, ਔਰ ਸਪੈਸ਼ਲ ਉਹਦੇ ਵਿੱਚ ਉਹਨਾਂ ਨੇ ਸਰਕੂਲਰ ਵਿੱਚ ਲਿਖਿਆ ਸੀ ਵੀ ਸਾਰੇ ਪ੍ਰੈਜ਼ੀਡੈਂਟ ਸੈਕਟਰੀ ਪਲੱਸ ਟੀਮ ਜਿਹੜੀ ਆ ਹਰ ਸਟੇਟ ਦੀ ਆਣੀ ਜ਼ਰੂਰੀ ਆ, ਕਿਉਂਕਿ ਉਹਦੇ ਵਿੱਚ ਰਣਜੀਤ ਪਾਲ ਜੀ ਆ ਰਹੇ ਆ, ਅਸੀਂ ਉਹਨਾਂ ਨੂੰ ਚੈੱਕ ਕਰਨਾ ਤੇ ਉਹਨਾਂ ਦਾ ਸ਼ੋਅ ਆ ਜੀ। ਤੇ ਮੈਂ ਐਜ਼ ਏ ਉੱਥੇ ਕੰਪੀਟੀਟਰ ਉਹਨਾਂ ਨੂੰ ਮੈਂ ਜੁਆਇਨ ਕੀਤਾ ਔਰ ਰੱਸੀ ਉਹ ਸਕੋਰ ਬਣਾਉਂਦੇ ਆ ਜੀ, ਉਹ 30 ਸਕਿੰਟ ਦੇ ਸਕੋਰ ਬਣਾਉਂਦੇ ਆ, ਜਿਹੜਾ ਕਿ ਉਹਨਾਂ ਦਾ ਪੁਰਾਣਾ ਰਿਕਾਰਡ ਸੀ 295 ਸਕੋਰ। ਤੇ ਉਸ ਦਿਨ ਮੈਂ ਮੇਰਠ ਦੇ ਵਿੱਚ 325 ਸਕੋਰ ਦਾ ਰਿਕਾਰਡ ਬਣਾਇਆ, ਜਿਹੜਾ ਕਿ ਹਜੇ ਵੀ ਮੇਰੇ ਨਾਂ ਤੇ ਉਹ ਚੱਲਦਾ ਪਿਆ ਆ ਔਰ ਫਾਸਟੈਸਟ ਸਕਿਪਰ ਇਨ ਇੰਡੀਆ ਦਾ ਮੈਨੂੰ ਅਵਾਰਡ ਦਿੱਤਾ ਗਿਆ। ਅੱਛਾ, ਇੱਕ ਚੀਜ਼ ਹੋ ਰਿਹਾ ਕਿ ਸ਼ੁਰੂਆਤ ਭਲਵਾਨੀ ਤੋਂ ਕੀਤੀ, ਫਿਰ ਬਾਡੀ ਬਿਲਡਿੰਗ ਕੀਤੀ, ਬਾਡੀ ਬਿਲਡਿੰਗ ਦੇ ਵਿੱਚ ਵੀ ਜਿਹੜਾ ਉਹ ਅਵਾਰਡ ਲੈ, ਉਸ ਤੋਂ ਬਾਅਦ ਇਹ ਤੁਸੀਂ ਰੱਸੀ ਟੱਪੀ ਤੇ ਉਹਦੇ ਵਿੱਚ ਵੀ ਅਵਾਰਡ, ਨੈਸ਼ਨਲ ਰਿਕਾਰਡ ਬਣਾਤਾ ਤੁਸੀਂ, ਇੰਟਰਨੈਸ਼ਨਲੀ ਵੀ ਰੈਕਗਨਾਈਜ਼ ਕੀਤੇ ਗਏ ਆ। ਜਿਹੜੀ ਸਪੋਰਟਸ ਸ਼ੁਰੂ ਕੀਤੀ ਸੀਗੀ ਤੇ ਜਿਹੜੀ ਸਪੋਰਟਸ ਵੈਸੇ ਹੀ ਸ਼ੁਰੂ ਕੀਤੀ ਸੀ ਸ਼ੌਕੀਆ ਤੌਰ ਤੇ, ਐਕਸਰਸਾਈਜ਼ ਦੇ ਤੌਰ ਤੇ, ਦੋਨਾਂ ਨੇ ਤੁਹਾਨੂੰ ਪ੍ਰਸਿੱਧੀ ਦਿੱਤੀ। ਹੈਰਾਨੀ ਜਿਹੜੀ ਰੱਸੀ ਟੱਪਣ ਵਾਲੀ ਪ੍ਰਸਿੱਧੀ ਤੋਂ ਹੁੰਦੀ ਹੈ ਜਾਂ ਹੈਰਾਨੀ ਜਿਹੜੀ ਪਹਿਲੀ ਸੀਗੀ ਉਹਦੇ ਤੋਂ ਹੁੰਦੀ ਹੈ? ਕੀ ਲੱਗਦਾ ਦੋਨਾਂ ਦੇ ਵਿੱਚ ਕਿ ਪਹਿਲਾਂ ਟਰੈਕ ਗਲਤ ਸੀਗਾ ਜਾਂ ਜੋ ਜਿੱਧਰ ਨੂੰ ਕਿਸਮਤ ਨੇ ਲੈ ਕੇ ਜਾਣਾ ਸੀ ਉੱਧਰ ਲੈ ਗਏ ਮੈਨੂੰ? ਦੇਖੋ, ਟਰੈਕ ਗਲਤ ਨਹੀਂ ਸੀ, ਕਿਉਂਕਿ ਮੇਰਾ ਇੱਕ ਏਮ ਸੀ ਵੀ ਮੈਂ ਬਾਡੀ ਬਣਾਉਣੀ ਆ। ਤੇ ਜਦੋਂ ਮੈਂ ਬਾਜ਼ਾਰ ਦੇ ਵਿੱਚ ਤੁਰਦਾ ਸੀ ਤੇ ਜਦੋਂ ਮੈਨੂੰ ਬੱਚੇ ਇਦਾਂ ਪਿੱਛਾ ਮੁੜ ਕੇ ਦੇਖਦੇ ਸੀ ਤਾਂ ਮੈਨੂੰ ਥੋੜਾ ਜਿਹਾ ਹੁੰਦਾ ਸੀ ਵੀ ਵਾਕਈ ਮੈਂ ਕੁਝ ਕੀਤਾ। ਬਾਡੀ ਬਿਲਡਿੰਗ ਦੇ ਵਿੱਚ ਬਹੁਤ ਪ੍ਰਸਿੱਧੀ ਮਿਲੀ, ਮੈਂ ਪੂਰਾ ਫੇਮ ਦੇ ਵਿੱਚ ਆ ਗਿਆ ਔਰ ਮੈਨੂੰ ਬੱਚਾ ਜਾਣਦਾ। ਅੱਜ ਵੀ ਮੈਨੂੰ ਪੂਰਾ ਸ਼ਹਿਰ, ਪੂਰਾ ਪੰਜਾਬ ਜੀ, ਪੂਰਾ ਇੰਡੀਆ ਮੈਨੂੰ ਜਾਣਦਾ। ਜਦੋਂ ਆਈ ਰੋਪ ਸਕਿਪਿੰਗ ਦੀ ਗੱਲ, ਉਹ ਇੱਕ ਸਮਝ ਲਓ ਵੀ ਕੁਦਰਤ ਦੀ ਦੇਣ ਸੀ, ਜਦ ਕਿ ਮੈਨੂੰ ਪਹਿਲਾਂ ਪਤਾ ਹੀ ਨਹੀਂ ਸੀ ਕਿ ਮੈਂ ਰੱਸੀ ਵੀ ਟੱਪ ਸਕਦਾ। ਐਜ਼ ਏ ਜੱਜ ਮੈਂ ਜਲੰਧਰ ਦੇ ਵਿੱਚ ਇੱਕ ਸਾਡਾ ਕੰਪੀਟੀਸ਼ਨ ਚੱਲ ਰਿਹਾ ਸੀ ਬਾਡੀ ਬਿਲਡਿੰਗ ਦਾ, ਉਹਦੇ ਵਿੱਚ ਅਸੀਂ ਇਹਨਾਂ ਨਾਲ ਫਿਟਨੈਸ ਦੇ ਐਕਸਰਸਾਈਜ਼ ਕਰਾਉਂਦੇ ਸੀ, ਉਹਦੇ ਵਿੱਚ ਰੱਸੀ ਟੱਪਣ ਦੀ ਐਕਸਰਸਾਈਜ਼ ਸੀ ਜੀ। ਜਦੋਂ ਬੱਚੇ ਰੱਸੀ ਟੱਪਦੇ ਸੀ ਤੇ ਮੇਰੇ ਅੰਦਰੋਂ ਆਵਾਜ਼ ਆਉਂਦੀ ਸੀ ਵੀ ਇਹ ਸਲੋ ਆ, ਜਦ ਕਿ ਮੈਂ ਕਦੀ ਟੱਪੀ ਨਹੀਂ ਸੀ ਪਹਿਲਾਂ ਜੀ, ਇਹ ਸਲੋ ਆ। ਤੇ ਮੈਂ ਉਦੋਂ ਹੀ ਰੱਸੀ ਕਿਸੇ ਬੱਚੇ ਦੀ ਫੜੀ ਤੇ ਮੈਂ ਰੱਸੀ ਟੱਪੀ, ਆਪਣਾ ਕੋਡ ਵਗੈਰਾ ਲਾ ਕੇ, ਆਫੀਸ਼ੀਅਲ ਸੀ, ਰੱਸੀ ਟੱਪੀ ਤੇ ਜੋ ਬੱਚਿਆਂ ਨੇ ਰਿਕਾਰਡ ਬਣਾਇਆ ਸੀ ਮੈਂ ਉਹਨਾਂ ਨੂੰ ਉਸ ਵੇਲੇ ਬੀਟ ਕਰਤਾ ਸੀ ਜੀ। ਉਸ ਤੋਂ ਬਾਅਦ ਮੈਨੂੰ ਆ ਗਿਆ ਵੀ ਯਾਰ ਇਹ ਰੱਸੀ ਨੂੰ ਹੋਰ ਤੇਜ਼ ਕੀਤਾ ਜਾ ਸਕਦਾ, ਔਰ ਉਹ ਇੰਨਾ ਤੇਜ਼ ਹੋ ਗਿਆ ਵੀ ਜਦੋਂ ਮੈਂ ਫਸਟ ਟਾਈਮ ਮਲੇਸ਼ੀਆ ਗਿਆ ਨਾ, ਜਹਾਜ਼ ਦੇ ਵਿੱਚ ਬੈਠਾ ਸੀ ਜਦੋਂ, ਤੇ ਕਦੀ ਸੋਚਿਆ ਵੀ ਨਹੀਂ ਸੀ ਵੀ ਮੈਂ ਬਾਈ ਏਅਰ ਜਾਊਂਗਾ। ਤੇ ਮੈਂ ਸੋਚਦਾ ਸੀ ਵੀ ਇੱਕ ਰੱਸੀ ਮੈਨੂੰ ਲੈ ਕੇ ਜਾ ਰਹੀ ਆ ਮਲੇਸ਼ੀਆ ਏਸ਼ੀਆ ਦੇ ਚੈਂਪੀਅਨਸ਼ਿਪ ਵਾਸਤੇ, ਤੇ ਬੜਾ ਮਾਣ ਵੀ ਪ੍ਰਾਪਤ ਹੋਇਆ ਤੇ ਇੰਨਾ ਫੇਮ ਮਿਲਿਆ। ਤੇ ਏਸ਼ੀਆ ਦੇ ਵਿੱਚ ਇੰਡੀਆ ਵਾਸਤੇ ਪਹਿਲਾ ਮੈਡਲ ਮੈਂ ਲਿਆ, ਜਿਹੜਾ ਕਿ ਏਸ਼ੀਆ ਦੇ ਵਿੱਚ ਮੇਰਾ ਬਰਾਊਨ ਮੈਡਲ ਸੀ, ਕਿਉਂਕਿ ਮੈਂ ਪੱਥਰ ਤੇ ਟੱਪਦਾ ਸੀ, ਉੱਥੇ ਵੁਡਨ ਫਲੋਰ ਸੀ ਤੇ ਥੋੜਾ ਜਿਹਾ ਫਰਕ ਪੈਂਦਾ ਤੇ ਪਰਫਾਰਮੈਂਸ ਜਿਹੜੀ ਆ ਉਹ ਫਰਕ ਪੈਂਦਾ ਆ। ਤੇ ਉਹ ਇੰਡੀਆ ਦਾ ਪਹਿਲਾ ਮੈਡਲ ਸੀ ਤੇ ਉਹ ਮੈਂ ਬਰਾਊਨ ਮੈਡਲ ਜਿੱਤਿਆ। ਤੇ ਉਸ ਤੋਂ ਬਾਅਦ ਫਿਰ ਮੇਰਾ ਟੱਚ ਹੋਇਆ ਗਿਨੀਜ਼ ਦੇ ਨਾਲ। 2008 ਦੇ ਵਿੱਚ ਮੈਨੂੰ ਗਿਨੀਜ਼ ਵਾਲਿਆਂ ਨੇ ਜਰਮਨ ਬੁਲਾਇਆ ਜੀ ਵੀ ਤੁਸੀਂ ਸਾਡੇ ਕੋਲ ਆ ਕੇ ਅਟੈਂਪਟ ਕਰੋ। ਮਤਲਬ ਗਿਨੀਜ਼ ਵਾਲੇ ਐਡੀ ਛੇਤੀ ਨਹੀਂ ਬੁਲਾਉਂਦੇ ਜੀ। ਉਹਨਾਂ ਨੇ ਮੈਨੂੰ ਇੱਥੇ 4-5 ਸਾਲ ਰੱਸੀ ਟਪਾਈ ਆਪਣੀ ਅਟੈਂਪਟ ਕਰਾਉਣ ਤੋਂ ਪਹਿਲਾਂ, ਤੇ ਮੈਂ ਆਪਣਾ ਤਿਆਰੀ ਕਰਦਾ ਸੀ। ਉਸ ਦੌਰਾਨ ਮੇਰੇ ਕੋਲ
ਮੇਰਾ ਟੱਚ ਹੋ ਗਿਆ ਸ਼ਾਬਾਸ਼ ਇੰਡੀਆ ਨਾਲ। ਉਹਨਾਂ ਨੇ ਲਿਮਕਾ ਦੇ ਥਰੂ ਮੈਨੂੰ ਲੱਭਿਆ ਜੀ ਵੀ ਤੁਸੀਂ ਸਾਡੇ ਕੋਲ ਆ ਕੇ ਆਪਣੀ ਅਟੈਂਪਟ ਕਰੋ। ਤੇ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਕਿਹਾ ਮੈਂ ਗਿਨੀਜ਼ ਦੀ ਤਿਆਰੀ ਕਰ ਰਿਹਾ। ਜੀ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਗਿਨੀਜ਼ ਦਾ ਤੁਹਾਡੇ ਕੋਲ ਕੀ ਰਿਕਾਰਡ ਆ। ਤੇ ਗਿਨੀਜ਼ ਦਾ ਰਿਕਾਰਡ ਸੀ 235, ਜਿਹੜਾ ਕਿ ਮੈਨੂੰ ਉਹਨਾਂ ਨੇ ਭੇਜਿਆ ਸੀ ਕਿ ਤੁਸੀਂ ਇਹਨੂੰ ਬੀਟ ਕਰਨਾ ਆ। ਤੇ ਮੈਂ ਉਹਦੀ ਤਿਆਰੀ ਕਰਦਾ ਸੀ। ਤੇ ਉਹ ਕਹਿੰਦੇ ਵੀ ਤੁਸੀਂ ਸਾਡੇ ਕੋਲ ਕਰੋ। ਮੈਂ ਕਿਹਾ ਮੈਨੂੰ ਲਿਖਤੀ ਰੂਪ 'ਚ ਚਾਹੀਦਾ, ਤੁਸੀਂ ਸਾਨੂੰ ਦੇ ਸਕਦੇ ਆ। ਕਹਿੰਦੇ ਅਸੀਂ ਦੇਵਾਂਗੇ, ਸਰਟੀਫਿਕੇਟ ਦੇਵਾਂਗੇ। ਤੇ ਸ਼ਾਬਾਸ਼ ਇੰਡੀਆ ਦੇ ਮੰਚ ਦੇ ਉੱਤੇ ਉਦਣ ਵੀ ਇੱਕ ਦਿਨ ਇਦਾਂ ਦਾ ਸੀ ਵੀ ਉਹ ਵੀ 25 ਜੁਲਾਈ ਸੀ ਜੀ ਉਦਣ ਵੀ ਮੇਰਾ ਜਨਮ ਦਿਨ ਸੀਗਾ। ਜੀ 25 ਜੁਲਾਈ ਵਾਲੇ ਦਿਨ ਮੇਰੀ ਉੱਥੇ ਅਟੈਂਪਟ ਹੋਈ ਤੇ ਮੈਂ ਉਹ ਗਿਨੀਜ਼ ਦਾ ਰਿਕਾਰਡ ਬੀਟ ਕੀਤਾ। 235 ਨੂੰ ਬੀਟ ਕਰਕੇ 240 ਦਾ ਮੈਂ ਅਟੈਂਪਟ ਕੀਤੀ, 240 ਦਾ ਰਿਕਾਰਡ ਬਣਾਇਆ। ਉਹ ਲਿਖਤੀ ਰੂਪ 'ਚ ਜਦੋਂ ਮੈਨੂੰ ਮਿਲਿਆ ਤੇ ਮੈਂ ਗਿਨੀਜ਼ ਨੂੰ ਭੇਜ ਦਿੱਤਾ ਜੀ ਵੀ ਮੈਂ ਆਹ ਤੁਹਾਡਾ ਰਿਕਾਰਡ ਜਿਹੜਾ ਬੀਟ ਕਰ ਚੁੱਕਿਆ। ਉਹਨਾਂ ਨੇ ਫਿਰ ਮੈਨੂੰ ਐਗਰੀਮੈਂਟ ਆਪਣਾ ਭੇਜਿਆ ਵੀ ਤੁਸੀਂ ਸਾਡੇ ਵਾਸਤੇ ਕਰੋ 241, ਜੀ ਇੱਕ ਹੋਰ ਵਧਾਓ। ਤੇ ਮੇਰੇ ਵਾਸਤੇ ਬੜੀ ਪਰੇਸ਼ਾਨੀ ਹੋ ਗਈ ਵੀ ਮੈਂ ਤਾਂ ਇੰਨੀ ਤਿਆਰੀ ਕੀਤੀ ਸੀਗੀ। ਜੀ ਤੇ ਮੈਂ ਫਿਰ ਵੀ ਸ਼ੁਰੂ ਸੀ, ਮੈਂ ਤਿਆਰੀ ਆਪਣੀ ਸ਼ੁਰੂ ਕਰਤੀ। ਪਰ ਮੈਨੂੰ ਉਹਨਾਂ ਨੇ ਬੁਲਾਇਆ ਨਹੀਂ। ਉਹਨਾਂ ਨੇ ਮੈਨੂੰ ਇਹ ਕਹਿਤਾ ਵੀ ਤਿਆਰੀ ਕਰੋ। ਮੈਂ ਤਿਆਰੀ ਕਰਦਾ ਰਿਹਾ। ਅਖੀਰ ਜਦੋਂ ਉਹਨਾਂ ਨੇ ਮੈਨੂੰ ਬੁਲਾਇਆ ਤਾਂ ਉਹਨਾਂ ਨੇ ਜਰਮਨ ਦੇ ਥਰੂ ਉੱਥੇ ਇੰਪੋਸੀਬਿਲਿਟੀ ਚੈਲੰਜਰ ਜੀ ਹੁੰਦੇ ਆ ਜਿਹੜੇ ਕਿ ਗਿਨੀਜ਼ ਨਾਲ ਟੱਚ ਆ। ਜੀ ਉਹਨਾਂ ਨੇ ਮੈਨੂੰ ਫਿਰ ਐਗਰੀਮੈਂਟ ਭੇਜਿਆ ਵੀ ਤੁਸੀਂ ਸਾਡੇ ਕੋਲ ਆ ਕੇ ਆਪਣੀ ਅਟੈਂਪਟ ਕਰੋ। ਤੇ ਮੈਂ ਉੱਥੇ ਗਿਆ ਤੇ ਮੇਰੇ ਕਰੀਬ ਕੋਈ 2008 ਦੀ ਗੱਲ ਆ, ਇਹ ਅਕਤੂਬਰ ਦੀ। ਤੇ ਮੈਂ ਉੱਥੇ ਪਹੁੰਚਿਆ ਤੇ ਮੇਰੇ ਵਾਸਤੇ ਇਹ ਪ੍ਰੋਬਲਮ ਸੀ ਵੀ ਮੈਂ ਇੱਥੋਂ ਇਕੱਲੇ ਨੇ ਜਾਣਾ ਸੀ ਤੇ ਮੇਰੇ ਨਾਲ ਜਾਣ ਵਾਲੇ ਸੀਗੇ ਪਰ ਉਹ ਸਾਰੇ ਇਦਾਂ ਸੀ। ਕੋਈ ਕਹਿੰਦਾ ਮੈਂ ਤੈਨੂੰ 5 ਲੱਖ ਦੇ ਦੂੰਗਾ, ਕੋਈ ਕਹਿੰਦਾ ਮੈਂ 10 ਲੱਖ ਦੇ ਦੂੰਗਾ ਵੀ ਅਸੀਂ ਤੇਰੇ ਨਾਲ ਜਾਵਾਂਗੇ। ਪਰ ਮੈਨੂੰ ਇਹ ਸੀ ਮੈਂ ਕਿਹਾ ਸਾਰੇ ਦੌੜ ਜਾਣੇ ਆ ਤੇ ਮੇਰੇ ਵਾਸਤੇ ਪ੍ਰੋਬਲਮ ਹੋ ਜਾਣੀ ਉੱਥੇ ਵੀ ਮੈਂ ਆਪਣੀ ਅਟੈਂਪਟ ਕਰੂੰਗਾ ਜਾਂ ਇਹਨਾਂ ਨੂੰ ਲੱਭੂੰਗਾ। ਤੇ ਮੈਂ ਫਿਰ ਇਕੱਲਾ ਗਿਆ ਤੇ ਉੱਥੇ ਮੇਰਾ ਇੱਕ ਫਰੈਂਡ ਸੀ ਜਿਹੜਾ ਮੇਰਾ ਸਟੂਡੈਂਟ ਸੀ ਤੇ ਆਪਣੇ ਨਰਿੰਦਰ ਕੁਮਾਰ ਪਰਮਾਰ, ਮੇਰਾ ਲੀਓ ਦਾ ਸਟੂਡੈਂਟ ਸੀ, ਉੱਥੇ ਸੀ। ਉਹਨੇ ਮੈਨੂੰ ਟੱਚ ਕੀਤਾ ਵੀ ਭਾਜੀ ਤੁਸੀਂ ਮੇਰੇ ਕੋਲ ਆਉਣਾ, ਤੁਸੀਂ ਚਿੰਤਾ ਨਹੀਂ ਕਰਨੀ, ਮੈਂ ਤੁਹਾਡੀ ਪ੍ਰੈਕਟਿਸ ਕਰਾਉਂਗਾ। ਇੱਥੇ ਜਿੰਨੇ ਦਿਨ ਪਹਿਲਾਂ ਆਉਂਗੇ ਤੇ ਮੈਂ ਹੀ ਤੁਹਾਨੂੰ ਲੈ ਕੇ ਜਾਊਂਗਾ। ਮਿਊਨਿਚ ਦੇ ਵਿੱਚ ਕੰਪੀਟੀਸ਼ਨ ਸੀ ਤੇ ਮੈਂ ਫਰੈਂਕਫਰਟ ਉਹਦੇ ਕੋਲ ਗਿਆ। ਇੱਕ ਹਫ਼ਤਾ ਮੈਨੂੰ ਉਹਨੇ ਪਹਿਲਾਂ ਬੁਲਾ ਲਿਆ ਸੀ ਉੱਥੇ ਤੇ ਮੈਂ ਉਹਦੀ ਸ਼ਾਪ ਫਰੂਟ ਦੀ ਸੀ, ਮੈਂ ਉਹਦੀ ਸ਼ਾਪ 'ਤੇ ਹੀ ਆਪਣੀ ਪ੍ਰੈਕਟਿਸ ਕਰਦਾ ਸੀ। ਤੇ ਉਸ ਤੋਂ ਬਾਅਦ ਜਿੱਦਣ ਸਾਡਾ ਟਾਈਮ ਸੀ ਤੇ ਮੈਨੂੰ ਉਹ ਲੈ ਕੇ ਗਿਆ ਫਰੈਂਕਫਰਟ। ਤੇ ਉਦਣ ਜਦੋਂ ਮੈਂ ਆਪਣੀ ਰੱਸੀ ਟੱਪਣੀ, ਮੈਂ ਤਾਂ 241 ਦੀ ਪ੍ਰੈਕਟਿਸ ਕਰਦਾ ਪਿਆ ਸੀ ਤੇ ਮੈਨੂੰ ਜਿਹੜੀ ਮੈਂ ਆਪਣੀ ਮੇਲ ਚੈੱਕ ਕੀਤੀ ਤਾਂ ਮੈਨੂੰ ਗਿਨੀਜ਼ ਨੇ ਅਟੈਂਪਟ ਦਿੱਤੀ 251 ਦਾ ਰਿਕਾਰਡ। ਮੈਂ ਕਿਹਾ ਯਾਰ ਇਹ ਤਾਂ ਹੋਰ ਵੱਧ ਗਿਆ। ਪਰ ਮੈਂ ਦਿਲ ਨਹੀਂ ਛੱਡਿਆ, ਮੈਂ ਕਿਹਾ ਮੈਂ ਕਰੂੰਗਾ ਜ਼ਰੂਰ, ਕਰਨੀ ਆ, ਹੁਣ ਆ ਗਏ ਆ ਤਾਂ ਕਰਨੀ ਆ। ਇੰਨੇ ਜੋਸ਼ ਦੇ ਨਾਲ ਮੈਂ ਆਪਣੀ ਅਟੈਂਪਟ ਕੀਤੀ ਪਈ। ਜਦੋਂ ਅਟੈਂਪਟ ਹੋਈ ਅੱਧੇ ਪੌਣੇ ਘੰਟੇ ਬਾਅਦ ਜਦੋਂ ਉਹਨਾਂ ਨੇ ਉਹਨੂੰ ਕਾਊਂਟ ਕੀਤਾ, ਕੰਪਿਊਟਰ 'ਚ ਕਾਊਂਟ ਕਰਦੇ ਆ ਤੇ ਸੈਂਸਰ ਵੀ ਲਾਉਂਦੇ ਆ ਪੈਰਾਂ ਨੂੰ। ਤੇ ਪਹਿਲਾਂ ਉਹਨਾਂ ਨੇ ਕਹਿਤਾ 255 ਤੇ ਤੁਹਾਡਾ ਰਿਕਾਰਡ ਬੀਟ ਹੋ ਗਿਆ ਤੇ ਬੜੀਆਂ ਉੱਥੇ ਤਾੜੀਆਂ ਵੱਜੀਆਂ, ਭਾਰਤ ਮਾਤਾ ਦੀ ਜੈ ਦੇ ਨਾਅਰੇ ਲੱਗੇ ਤੇ ਮੈਂ ਵੀ ਬਹੁਤ ਖੁਸ਼ ਸੀਗਾ। ਫਿਰ ਉਹ ਜਿਹੜਾ ਬੰਦਾ ਕਾਊਂਟ ਕਰ ਰਿਹਾ ਸੀ ਉਹ ਫਿਰ ਰੁਕ ਗਿਆ, ਕਹਿੰਦਾ ਨਹੀਂ ਇੱਕ ਵਾਰ ਮੈਨੂੰ ਫਿਰ ਰੀਚੈੱਕ ਕਰਨ ਦਿਓ ਵੀ ਇਹ ਟਾਈਮ ਜਿਹੜਾ 1 ਮਿੰਟ ਤੋਂ ਕੁਝ ਉੱਪਰ ਜਾ ਰਿਹਾ। ਉਹਨਾਂ ਨੇ ਕਰਤਾ 251 ਜੀ। 251 ਦਾ ਮਤਲਬ ਵੀ ਬਰਾਬਰੀ ਹੋਈ ਆ, ਰਿਕਾਰਡ ਬੀਟ ਨਹੀਂ ਹੋਇਆ। ਮੇਰਾ ਰਿਕਾਰਡ ਨਹੀਂ ਬਣਿਆ, ਮੈਂ ਬਰਾਬਰੀ ਕੀਤੀ ਆ। ਤੇ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਕੀ ਕਰਨਾ। ਮੈਂ ਕਿਹਾ ਮੈਂ ਇੱਕ ਅਟੈਂਪਟ ਹੋਰ ਕਰਨੀ ਚਾਹੁੰਦਾ ਜੀ। ਤੇ 10 ਮਿੰਟ ਬਾਅਦ ਮੈਂ ਫਿਰ ਪੂਰੇ ਜੋਸ਼ ਦੇ ਨਾਲ ਅਟੈਂਪਟ ਕੀਤੀ ਤੇ ਮੇਰੇ ਦਿਮਾਗ 'ਚ ਇਹ ਸੀ ਵੀ ਜਿਹੜਾ ਪਹਿਲਾਂ 251 ਦਾ ਰਿਕਾਰਡ ਆ ਉਹ ਜਰਮਨ ਦੇ ਬੰਦੇ ਦਾ ਹੀ ਆ ਜੀ। ਵੀ ਮੈਨੂੰ ਇੱਥੇ ਕਿਤੇ ਪ੍ਰੋਬਲਮ ਆ ਜਾਵੇ ਵੀ ਮੈਂ ਬੀਟ ਕਰਨ ਵਾਸਤੇ ਉਹੀ ਗੱਲ ਹੋ ਗਈ ਤੇ ਮੈਨੂੰ ਇਹੀ ਲੱਗਣ ਲੱਗ ਪਿਆ ਵੀ ਇਹ ਹੁਣ ਜਰਮਨ ਦਾ ਰਿਕਾਰਡ ਆ। ਫਿਰ ਮੈਂ ਇੰਨੇ ਜੋਸ਼ ਨਾਲ ਅਗਲੀ ਅਟੈਂਪਟ ਕੀਤੀ ਕਿਉਂਕਿ ਮੈਂ ਆਪਣੀ ਕਾਊਂਟਿੰਗ ਲਗਭਗ ਮੈਂ ਕਰ ਲੈਣਾ ਆਪਣੇ ਨਾਲ ਤੇ ਬਾਕੀ ਦੇਖਣ ਵਾਲੇ ਵੀ ਪਤਾ ਲੱਗ ਜਾਂਦਾ ਵੀ ਅੱਗੇ ਨਾਲੋਂ ਬੈਟਰ ਹੋਈ ਆ। ਤੇ ਮੈਂ ਕੀਤੀ 262 ਜੀ। ਜਦੋਂ 262 ਕੀਤੀ ਤੇ ਮੇਰਾ ਜਿਹੜਾ ਫਰੈਂਡ ਸੀ ਉਹਨੂੰ ਵੀ ਜੱਜਮੈਂਟ ਹੋ ਗਈ ਵੀ ਰਿਕਾਰਡ ਟੁੱਟ ਗਿਆ ਤੇ ਬਹੁਤ ਵਧੀਆ ਲੱਗੀ ਅਟੈਂਪਟ। ਤੇ ਅੱਧੇ ਘੰਟੇ ਬਾਅਦ ਫਿਰ ਜਦੋਂ ਉਹਨਾਂ ਨੇ ਆਪਣੀ ਕ੍ਰਾਸ ਚੈੱਕ ਕੀਤਾ ਤੇ ਉਹ ਜਿਹੜਾ ਰਿਕਾਰਡ ਸੀ ਮੇਰੇ ਨਾਂ ਤੇ 255 ਦਾ ਰਿਕਾਰਡ ਡਿਕਲੇਅਰ ਕਰਤਾ ਉਹਨਾਂ ਨੇ। ਤੇ ਉੱਥੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲੱਗੇ ਤੇ ਖੁਸ਼ੀ ਮਨਾਈ ਗਈ। ਸਾਡੇ ਇੰਡੀਅਨ ਵੀ ਸੀ ਉੱਥੇ, ਥੋੜ੍ਹੇ ਬਹੁਤੇ ਆਏ ਹੋਏ ਸੀ ਤੇ ਉਹ 255 ਦਾ ਰਿਕਾਰਡ ਆ ਗਿਆ ਮੇਰੇ ਕੋਲ। ਤੇ ਜਦੋਂ ਮੈਂ ਇੰਡੀਆ ਪਹੁੰਚਿਆ ਤੇ ਮੇਰੇ ਆਉਣ ਤੋਂ ਪਹਿਲਾਂ ਇੱਥੇ ਅਖਬਾਰਾਂ ਦੇ ਵਿੱਚ ਲੱਗ ਚੁੱਕਿਆ ਸੀ। ਰਿਕਾਰਡ ਤੇ ਰਿਕਾਰਡ ਜਿਹੜਾ ਆ ਉਹ ਇੱਕ ਤੋਂ ਬਾਅਦ ਇੱਕ ਫਿਰ ਉਸ ਤੋਂ ਬਾਅਦ ਜਦੋਂ ਰਿਕਾਰਡ ਜੁੜੇ ਫਿਰ ਤੁਸੀਂ ਫਗਵਾੜੇ ਦੇ ਵਿੱਚ ਆਪਣਾ ਕਲੱਬ ਵੀ ਖੋਲ੍ਹਿਆ, ਇੱਕ ਹੈਲਥ ਕਲੱਬ ਵੀ ਖੋਲ੍ਹਿਆ ਔਰ ਆਪ ਵੀ ਰਿਕਾਰਡ ਬਣਾਏ। ਤੇ ਮੈਨੂੰ ਪਤਾ ਲੱਗਾ ਕਿ ਇੱਥੇ ਦੁਨੀਆ ਦੇ ਸਭ ਤੋਂ ਛੋਟੇ ਜਿਹੜੇ ਕੱਦ ਦੇ ਬੋਡੀ ਬਿਲਡਰ ਨੂੰ ਵੀ ਤੁਸੀਂ ਉਸ ਕਲੱਬ ਦੇ ਵਿੱਚ ਲੱਭ ਕੇ ਬਣਾਇਆ ਤੇ ਉਹ ਵੀ ਇੱਕ ਰਿਕਾਰਡ ਨਵਾਂ ਕਾਇਮ ਕੀਤਾ। ਉਹ ਵੀ ਇੱਕ ਰਿਕਾਰਡ ਸੀ ਵੀ ਮੇਰੇ ਕੋਲ ਇੱਥੇ ਆਪਣੇ ਨਿੰਮਾਂ ਵਾਲੇ ਚੌਂਕ ਦੇ ਵਿੱਚ ਪੰਡਤ ਜੀ ਸੀਗੇ, ਟੀਚਰ ਸੀ ਸਕੂਲ ਦੇ ਵਿੱਚ। ਉਹਨਾਂ ਦਾ ਬੇਟਾ ਸੀ ਜੀ। ਉਹਨਾਂ ਦਾ ਬੇਟਾ ਸੀ ਬਹੁਤ ਛੋਟਾ ਸੀ ਜਿਹੜਾ ਕਿ ਉਹ ਕਹਿੰਦੇ ਅਸੀਂ ਕਦੀ ਬਾਹਰ ਨਹੀਂ ਕੱਢਿਆ ਇਹਨੂੰ ਜੀ।
ਤੇ ਵੀ ਉਹ ਇੰਨਾ ਛੋਟਾ ਸੀ ਤੇ ਕੁਛ ਰੰਗ ਰੂਪ ਦਾ ਵੀ ਮਤਲਬ ਇੰਨਾ ਵਧੀਆ ਨਹੀਂ ਸੀ ਤੇ ਇੱਕਦਮ ਬੱਚਾ ਦੇਖ ਕੇ ਕੋਈ ਡਰ ਵੀ ਸਕਦਾ ਸੀ ਉਹਨੂੰ ਦੇਖ ਕੇ, ਐਦਾਂ ਦੀ ਉਹਦੀ ਵਿਜ਼ਨ ਸੀ। ਕਹਿੰਦੇ ਅਸੀਂ ਇਹਨੂੰ ਕੱਢਿਆ ਨਹੀਂ ਤੇ ਉਹਨਾਂ ਨੇ ਮੇਰੇ ਕੋਲ ਲਿਆਏ। ਮੈਂ ਕਿਹਾ ਤੁਸੀਂ ਇਹ ਮੇਰੇ ਕੋਲ ਦੇ ਜਾਓ ਤੇ ਮੈਂ ਇਹਦੀ ਐਕਸਰਸਾਈਜ਼ ਕਰਾਊਂਗਾ ਤੇ ਇਹਨੂੰ ਡਿਵੈਲਪ ਕਰੂੰਗਾ। ਤੇ ਉਹ ਮੇਰੇ ਕੋਲ ਛੱਡ ਗਏ ਵੀ ਤੁਸੀਂ ਇਹਨੂੰ ਸੰਭੋ। ਤੇ ਮੈਂ ਉਹਦੀ ਪ੍ਰੈਕਟਿਸ ਕਰਾਈ, ਕਮ ਸੇ ਕਮ ਕੋਈ ਹਜੇ 4 ਕੁ ਮਹੀਨੇ ਦੀ ਮੈਂ ਪ੍ਰੈਕਟਿਸ ਕਰਾਈ, 4-5 ਮਹੀਨੇ, ਤੇ ਉਹਦੇ ਮਸਲ ਵਗੈਰਾ ਕੁਛ ਨਿਕਲਿਆ ਏ ਜੀ। ਤੇ ਉਹਦਾ ਭਾਰ ਸੀ 9 ਕਿਲੋ, ਉਮਰ ਸੀ ਉਹਦੀ 18 ਜਾਂ 19 ਸਾਲ ਜੀ। ਤੇ ਮੇਰੇ ਦਿਮਾਗ 'ਚ ਆ ਗਿਆ ਵੀ ਜੇ 9 ਕਿਲੋ ਭਾਰ ਤੇ 18-19 ਸਾਲ ਦਾ ਅਡਲਟ ਬੱਚਾ ਆ ਜੀ। ਵੀ ਇਹਦਾ ਵੀ ਇੱਕ ਰਿਕਾਰਡ ਬਣ ਸਕਦਾ ਹੈ। ਜੀ। ਤੇ ਉਹਦੀ ਮੈਂ ਪ੍ਰੈਕਟਿਸ ਕਰਾਈ। ਉਹਦੇ ਛੋਟੇ ਮਸਲ ਸੀ ਕਿਉਂਕਿ 9 ਕਿਲੋ ਭਾਰ ਦੇ ਵਿੱਚ ਮਸਲ ਕਿੱਡੇ ਕੁ ਹੋਣੇ ਆ। ਬਿਲਕੁਲ। ਤੇ ਮੈਂ ਲਿਮਕਾ ਨਾਲ ਟੱਚ ਕੀਤਾ ਕਿਉਂਕਿ ਮੈਂ ਉਹਨਾਂ ਨਾਲ ਟੱਚ ਵਿੱਚ ਰਹਿੰਦਾ ਸੀ। ਉਹਨਾਂ ਨੂੰ ਮੈਂ ਦੱਸਿਆ ਵੀ ਇੱਦਾਂ ਦਾ ਕਰਕੇ ਮੇਰੇ ਕੋਲ ਇੱਕ ਸਟੂਡੈਂਟ ਆ ਵੀ ਉਹਦਾ ਭਾਰ ਹੈਗਾ 9 ਕਿਲੋ, ਉਮਰ ਹੈਗੀ ਆ 18.5 ਸਾਲ ਜੀ। ਵੀ ਮੈਂ ਉਹਦਾ ਰਿਕਾਰਡ ਬਣਾਉਣਾ ਚਾਹੁੰਦਾ ਵੀ ਪਾਕਟ ਬੋਡੀ ਬਿਲਡਰ ਜਾਂ ਸਮਾਲੈਸਟ ਬੋਡੀ ਬਿਲਡਰ। ਉਹਦੀ ਸਾਰੀ ਡਿਟੇਲ ਉਹਨਾਂ ਨੂੰ ਭੇਜੀ ਤੇ ਉਹਨਾਂ ਨੇ ਉਹਨੂੰ ਚੈਲੰਜ ਵਿੱਚ ਲਾਤਾ ਕਿਉਂਕਿ ਚੈਲੰਜ ਵਿੱਚ ਲਾਉਂਦੇ ਆ ਉਹ, ਅਗਰ ਕੋਈ ਹੈ ਤੇ ਕੋਈ ਹੋਰ ਆ ਜਾਵੇ। ਤੇ ਉਹਦਾ ਰਿਕਾਰਡ ਜਿਹੜਾ ਉਹ ਲਿਮਕਾ ਦੇ ਵਿੱਚ ਦਰਜ ਹੋ ਗਿਆ ਪਾਕਟ ਬੋਡੀ ਬਿਲਡਰ ਦੇ ਉੱਤੇ। ਜੀ। ਤੇ ਥੋੜਾ ਉਹ ਡਾਂਸ ਵੀ ਵਧੀਆ ਕਰ ਲੈਂਦਾ ਸੀ ਕੁਝ ਬੱਚਿਆਂ ਦੇ ਵਿੱਚ ਰਹਿ ਕੇ ਨਾ। ਤੇ ਜਦੋਂ ਇੱਕ ਸੁਸਾਇਟੀ ਮਿਲਦੀ ਹੈ ਬੱਚੇ ਨੂੰ ਤੇ ਉਹ ਥੋੜਾ ਐਕਟਿਵ ਇੱਕਦਮ ਹੋ ਗਿਆ ਕਿਉਂਕਿ 18 ਸਾਲ ਉਹ ਘਰ 'ਚ ਰਿਹਾ, ਬਾਹਰ ਗਿਆ ਹੀ ਨਹੀਂ ਸੀ। ਫਿਰ ਜਦੋਂ ਸ਼ਾਬਾਸ਼ ਇੰਡੀਆ ਜਾਣਾ ਸੀ ਤੇ ਸ਼ਾਬਾਸ਼ ਇੰਡੀਆ ਵਾਲਿਆਂ ਨਾਲ ਮੈਂ ਗੱਲ ਕੀਤੀ। ਮੈਂ ਕਿਹਾ ਇੱਦਾਂ ਦਾ ਕਰਕੇ ਮੇਰਾ ਸਟੂਡੈਂਟ ਆ। ਉਹ ਕਹਿੰਦੇ ਤੁਸੀਂ ਆਪਣੇ ਬਿਹੇਵ ਤੇ ਲੈ ਆਓ, ਅਸੀਂ ਉਹਨੂੰ ਰਿਕਮੈਂਡੇਸ਼ਨ ਤਾਂ ਨਹੀਂ ਦਿੱਤੀ ਪਰ ਤੁਸੀਂ ਆਪਣੇ ਬਿਹੇਵ ਤੇ ਲੈ ਆਓ, ਅਸੀਂ ਉਹਨੂੰ ਅਸੈਪਟ ਕਰਾਂਗੇ। ਤੇ ਸ਼ਾਬਾਸ਼ ਇੰਡੀਆ ਦੇ ਵਿੱਚ ਵੀ ਉਹਦਾ ਐਪੀਸੋਡ ਬਣਿਆ ਜਿਹੜਾ ਕਿ ਬਹੁਤ ਪਸੰਦ ਕੀਤਾ ਗਿਆ, ਬਹੁਤ ਵਧੀਆ ਉਹਦਾ ਐਪੀਸੋਡ ਬਣਿਆ। ਇਹ ਸਾਨੂੰ ਵੀ ਫਖਰ ਮਹਿਸੂਸ ਹੋ ਰਿਹਾ ਕਿ ਅਸੀਂ ਉਸ ਸ਼ਖਸ ਦੇ ਨਾਲ ਇਸ ਵੇਲੇ ਖੜੇ ਆ ਜਿਹੜਾ ਨਾ ਸਿਰਫ ਖੁਦ ਰਿਕਾਰਡ ਬ੍ਰੇਕਰ ਆ ਬਲਕਿ ਉਹਨੇ ਰਿਕਾਰਡ ਬਣਾ ਸਕਣ ਵਾਲੇ ਲੋਕਾਂ ਨੂੰ ਵੀ ਅੱਗੇ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਆ। ਜਦੋਂ ਰੈਕਰਡਸ ਦੀ ਗੱਲ ਕਰਦੇ ਹਾਂ, ਇੱਕ ਪੁਰਾਣਾ ਇਤਿਹਾਸ ਤੁਹਾਡੇ ਨਾਲ ਜੁੜ ਜਾਂਦਾ, ਸੁਨਹਿਰੀ ਇਤਿਹਾਸ ਤੁਹਾਡੇ ਨਾਲ ਜੁੜਦਾ। ਜਦੋਂ ਤੁਹਾਡੇ ਹੈਲਥ ਕਲੱਬ ਦੀ ਗੱਲ ਕਰਦੇ ਹਾਂ ਤੇ ਇਸ ਵੇਲੇ ਕਰੋਨਾ ਦਾ ਦੌਰ ਵੀ ਚੱਲਦਾ ਪਿਆ ਨਾ, ਤੇ ਇਸ ਦੌਰ ਦੇ ਵਿੱਚ ਤਕਰੀਬਨ ਸਾਰੇ ਹੈਲਥ ਕਲੱਬ ਬੰਦ ਵੀ ਪਏ ਆ। ਸਰਕਾਰਾਂ ਅਜੇ ਹੈਲਥ ਕਲੱਬ ਖੋਲ੍ਹ ਨਹੀਂ ਰਹੀਆਂ। ਤੁਸੀਂ ਸਪੋਰਟਸ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋ, ਕਹਿ ਸਕਦੇ ਕਿ ਹੁਣ ਤੱਕ ਦੀ ਜ਼ਿੰਦਗੀ ਤੁਸੀਂ ਸਪੋਰਟਸ ਦੇ ਨਾਮ ਹੀ ਕੀਤੀ ਹੈ। ਸਰਕਾਰਾਂ ਨਾਲ ਰਾਬਤਾ ਬਣਾ ਰਹੇ ਹੋ, ਸਰਕਾਰਾਂ ਦਾ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ? ਕੀ ਲੱਗਦਾ ਹੈ ਕਿ ਹੈਲਥ ਕਲੱਬ ਬੰਦ ਰੱਖਣੇ ਇਸ ਦੌਰ ਦੇ ਵਿੱਚ ਜਾਇਜ਼ ਹੈ, ਠੀਕ ਹੈ, ਜਾਂ ਜਿਹੜੀ ਮੰਗ ਕੀਤੀ ਜਾ ਰਹੀ ਹੈ ਵਾਰ-ਵਾਰ ਹੈਲਥ ਕਲੱਬ ਵਾਲਿਆਂ ਵੱਲੋਂ ਕਿ ਖੋਲ੍ਹ ਦਿੱਤੇ ਜਾਣੇ ਚਾਹੀਦੇ ਆ, ਉਹ ਦਰੁਸਤ ਗੱਲ ਹੈਗੀ ਹੈ? ਹਾਂ, ਇਸ ਗੱਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਪਿਛਲੀ ਗੱਲ ਨੂੰ ਖਤਮ ਕਰ ਦੇਵਾਂ ਕਿ ਅੱਜ ਦਾ ਜਿਹੜਾ ਮੇਰਾ ਰਿਕਾਰਡ ਆ ਰੋਪ ਸਕਿਪਿੰਗ ਦਾ, 2010 ਦੇ ਵਿੱਚ ਫਿਰ ਮੈਂ ਜਾ ਕੇ ਜਰਮਨ ਦੇ ਵਿੱਚ ਰਿਕਾਰਡ ਬਣਾਇਆ ਜਿਹੜਾ ਕਿ 276 1 ਮਿੰਟ ਦੇ ਵਿੱਚ, ਜਿਹੜਾ 1 ਮਿੰਟ ਦੇ ਵਿੱਚ 276 ਆ। ਅੱਜ ਵੀ ਉਹ ਮੇਰੇ ਨਾਮ ਤੇ ਆ ਤੇ ਉਹ ਚੱਲ ਰਿਹਾ। ਤੇ ਉਸ ਤੋਂ ਬਾਅਦ ਵੀ ਮੈਂ ਆਪਣੀ ਪ੍ਰੈਕਟਿਸ ਕਰਦਾ ਰਿਹਾ। ਮੈਨੂੰ ਮੁੜ ਕੇ ਮੌਕਾ ਹੀ ਨਹੀਂ ਮਿਲਿਆ ਵੀ ਮੈਂ ਆਪਣੀ ਅਟੈਂਪਟ ਕਰਾਂ ਕਿਉਂਕਿ ਮੈਂ 290 ਤੋਂ 300 ਦੇ ਕਰੀਬ ਹਜੇ ਵੀ ਕਰਦਾ ਆ ਤੇ ਉਮਰ ਮੇਰੀ ਹੈਗੀ 58 ਸਾਲ। ਤੇ ਜਿਹੜਾ ਮੇਰਾ ਰਿਕਾਰਡ 276 ਦਾ, ਉਹਦੇ ਵਿੱਚ ਉਹਨਾਂ ਨੇ ਨਾਲ ਏਜ ਵੀ ਪਾਤੀ ਆ ਵੀ ਅਗਰ ਤੁਹਾਡਾ ਰਿਕਾਰਡ 20-25 ਸਾਲ ਦਾ ਬੱਚਾ ਤੋੜਦਾ ਆ ਤੇ ਤੁਹਾਡੀ ਉਮਰ ਦੇ ਵਿੱਚ ਇਹ ਬਣਿਆ ਰਹੇਗਾ ਜੀ, ਰਿਕਾਰਡ ਬਣਿਆ ਰਹੇਗਾ। ਬਾਕੀ ਹੁਣ ਆਪਾਂ ਕਰਦੇ ਹਾਂ ਜਿਮ ਦੀ ਗੱਲ। 89 ਦੇ ਵਿੱਚ ਅਸੀਂ ਆਪਣਾ ਜਿਮ ਖੋਲ੍ਹਿਆ, ਲੀਓ ਹੈਲਥ ਕਲੱਬ ਫਗਵਾੜਾ ਦੇ ਵਿੱਚ ਅਸੀਂ ਜਿਮ ਖੋਲ੍ਹਿਆ। ਤੇ ਇੰਨਾ ਕਿ ਇੱਥੇ ਅਸੀਂ ਰੁਝਾਨ ਬਣਾਤਾ ਵੀ ਅਸੀਂ ਪੂਰੇ ਪੰਜਾਬ ਨੂੰ ਫਿੱਟ ਕਰਨ ਦਾ ਇੱਕ ਏਮ ਬਣਾ ਲਿਆ ਵੀ ਅਸੀਂ ਪੰਜਾਬ ਦੇ ਉੱਤੇ ਜਿਹੜਾ ਕਿ ਦਾਗ ਲੱਗਿਆ ਹੋਇਆ ਨਾ ਨਸ਼ੇ ਦਾ, ਅਸੀਂ ਉਹਨੂੰ ਧੋਣਾ ਆ। ਉਹਦੇ ਉੱਤੇ ਅਸੀਂ ਆਪਣੀ ਪੂਰੀ ਐਸੋਸੀਏਸ਼ਨ ਬਣਾਈ ਆ। ਮੈਂ ਇੰਡੀਅਨ ਬੋਡੀ ਬਿਲਡਿੰਗ ਫੈਡਰੇਸ਼ਨ ਨਾਲ ਅਟੈਚ ਆ। ਪੰਜਾਬ ਬੋਡੀ ਬਿਲਡਿੰਗ ਐਸੋਸੀਏਸ਼ਨ ਦਾ ਮੈਂ ਜੁਆਇੰਟ ਸੈਕਟਰੀ ਆ ਜੀ। ਔਰ ਅਸੀਂ ਹਰ ਸਾਲ ਕਮ ਸੇ ਕਮ ਪਈ 10 ਤੋਂ 12 ਅਸੀਂ ਫਿਟਨੈਸ ਕੰਪੀਟੀਸ਼ਨ ਕਰਾਉਂਦੇ ਆ ਵਿੱਚ ਬੋਡੀ ਬਿਲਡਿੰਗ ਦੇ ਵਿੱਚ ਹੋਰ ਜੀ, ਤਾਂ ਕਿ ਬੱਚਿਆਂ ਦਾ ਜਿਹੜਾ ਧਿਆਨ ਆ ਉਹ ਇੱਧਰ ਨੂੰ ਲੱਗਾ ਰਹੇ। ਸਕੂਲ ਕਾਲਜ ਦੇ ਵਿੱਚ ਅਸੀਂ ਆਪਣੇ ਆਪ ਨੂੰ ਮਾਨਤਾ ਦਵਾਈ ਆ ਵੀ ਸਾਡੇ ਬੱਚੇ ਜਿਹੜੇ ਤੁਹਾਡੇ ਕੋਲ ਆਉਣਗੇ ਉਹਨਾਂ ਨੂੰ ਸਕਾਲਰਸ਼ਿਪ ਦਿੱਤੀ ਜਾਵੇ ਜੀ। ਜਿਹੜੇ ਬੱਚੇ ਸਾਡੇ ਬੈਸਟ 30 ਦੇ ਵਿੱਚ ਆਉਂਦੇ ਆ ਉਹਨਾਂ ਨੂੰ ਸਕੂਲ ਜਾਂ ਕਾਲਜ ਦੇ ਵਿੱਚ ਸਕਾਲਰਸ਼ਿਪ ਮਿਲਦੀ ਆ ਔਰ ਤਾਂ ਕਿ ਬੱਚਿਆਂ ਦਾ ਰੁਝਾਨ ਬਣਿਆ ਰਹੇ। ਸਕੂਲ ਲੈਵਲ ਤੇ ਕਾਲਜ ਲੈਵਲ ਤੇ ਵੀ ਅਸੀਂ ਕੰਪੀਟੀਸ਼ਨ ਕਰਾਉਂਦੇ ਆ। ਜਦੋਂ ਅਸੀਂ ਪੂਰੇ ਪੀਕ ਤੇ ਸੀ ਵੀ ਸਾਡਾ ਜਿਹੜਾ ਪੰਜਾਬ ਆ ਪੂਰਾ ਜਵਾਨੀ ਜਿਹੜੀ ਆ ਉਹ ਨਸ਼ਿਆਂ ਤੋਂ ਰਹਿਤ ਹੋ ਰਹੀ ਆ ਤੇ ਇਹ ਕਰੋਨਾ ਮਹਾਂਮਾਰੀ ਸ਼ੁਰੂ ਹੋ ਗਈ ਜੀ। ਕਰੋਨਾ ਮਹਾਂਮਾਰੀ ਸ਼ੁਰੂ ਹੋ ਗਈ ਤੇ ਜਿਮ ਬੰਦ ਹੋ ਗਏ, ਗਰਾਊਂਡਾਂ ਬੰਦ ਹੋ ਗਈਆਂ, ਪੂਰਾ ਟੋਟਲੀ ਜਿਹੜਾ ਦੇਸ਼ ਲਾਕਡਾਊਨ 'ਚ ਚਲੇ ਗਿਆ। ਤੇ ਅਸੀਂ ਸਰਕਾਰ ਦੇ ਨਿਰਦੇਸ਼ ਦੇ ਮੰਨਦੇ ਹੋਏ ਅਸੀਂ ਆਪਣੇ ਜਿਮ ਬੰਦ ਕੀਤੇ। 1 ਮਹੀਨੇ ਬਾਅਦ ਆ ਲਾਕਡਾਊਨ ਤੋਂ ਬਾਅਦ ਜਦੋਂ ਨਵੇਂ ਆਰਡਰ ਆਏ ਉਹਦੇ ਵਿੱਚ ਹੌਲੀ ਕੰਮ ਜਿਹੜੇ ਖੁੱਲ੍ਹਣੇ ਸ਼ੁਰੂ ਹੋ ਗਏ। ਸਾਨੂੰ ਪੂਰੀ ਉਮੀਦ ਸੀ ਵੀ ਜਿਹੜੇ ਸਾਡੇ ਜਿਮ ਆ, ਕਿਉਂਕਿ ਕਰੋਨਾ ਦੀ ਜਿਹੜੀ ਬਿਮਾਰੀ ਆ ਜਿਹਦਾ ਇਮਿਊਨਿਟੀ ਸਿਸਟਮ ਸਟਰੋਂਗ ਆ ਉਹਨੂੰ ਇਹ ਨਹੀਂ ਪ੍ਰੋਬਲਮ ਕਰਦੀ, ਉਹਨੂੰ ਨਹੀਂ ਲੱਗਦੀ। ਸਾਨੂੰ ਪੂਰੀ ਉਮੀਦ ਸੀ ਵੀ ਸਾਡੇ ਜਿਹੜੇ ਜਿਮ ਆ ਜਾਂ ਗਰਾਊਂਡ ਆ ਜਾਂ ਸਪੋਰਟਸ ਦੇ ਅਦਾਰੇ ਆ ਇਹ ਖੁੱਲ੍ਹਣਗੇ ਪਹਿਲਾਂ, ਪਰ ਨਹੀਂ ਖੁੱਲ੍ਹੇ।
ਤੇ ਸਭ ਤੋਂ ਪਹਿਲਾਂ ਸ਼ਰਾਬ ਦੇ ਠੇਕੇ ਖੁੱਲੇ ਔਰ ਸਾਨੂੰ ਬੜਾ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਵੀ ਸਾਡਾ ਜਿਹੜਾ ਪੰਜਾਬ ਆ ਜਾਂ ਸਾਡਾ ਜਿਹੜਾ ਦੇਸ਼ ਆ ਉਹ ਇਹ ਗੱਲ ਕਹਿ ਰਿਹਾ ਵੀ ਸਾਡਾ ਜਿਹੜਾ ਦੇਸ਼ ਆ ਉਹ ਸ਼ਰਾਬ ਤੇ ਹੀ ਚੱਲ ਰਿਹਾ। ਰੈਵਨਿਊ ਆ ਰਿਹਾ ਸ਼ਰਾਬ ਤੋਂ, ਸਭ ਤੋਂ ਜ਼ਿਆਦਾ ਰੈਵਨਿਊ ਆ ਰਿਹਾ ਤੇ ਬੜੀ ਪ੍ਰੋਬਲਮ ਆ ਗਈ। ਅਸੀਂ ਫਿਰ ਸਬਰ ਕੀਤਾ ਵੀ ਕੋਈ ਨਹੀਂ, ਅਗਲੇ ਆਰਡਰਾਂ 'ਚ ਖੁੱਲ੍ਹ ਜਾਣਗੇ। ਅਗਲੇ ਆਰਡਰ ਹੋਏ, ਬਾਕੀ ਸਾਰੇ ਕੰਮ ਖੁੱਲ੍ਹ ਗਏ ਆਪਣੇ ਸ਼ਡਿਊਲ ਦੇ ਮੁਤਾਬਕ। ਪਹਿਲਾਂ 3-3 ਦਿਨ ਦੁਕਾਨਾਂ ਖੁੱਲ੍ਹੀਆਂ, ਹੌਲੀ ਹੌਲੀ ਕਰਕੇ ਪੂਰਾ ਦੇਸ਼ ਜਿਹੜਾ ਉਹ ਖੁੱਲ੍ਹ ਚੁੱਕਿਆ। ਉਹਦੇ ਵਿੱਚ ਜਿਮ ਹਜੇ ਤੱਕ ਨਹੀਂ ਖੁੱਲ੍ਹੇ, ਜਿਹਦੇ ਨਾਲ ਕਿ ਸਿਨੇਮਾ ਆ ਔਰ ਉਹਦੇ ਨਾਲ ਕੁਛ ਇੱਕ ਦੋ ਚੀਜ਼ਾਂ ਹੋ ਰਹਿ ਗਈਆਂ ਜਿਹੜੀਆਂ ਨਹੀਂ ਖੁੱਲ੍ਹੀਆਂ। ਤਾਂ ਇਸ ਦੌਰਾਨ ਪਿਛਲੇ 1-1.5 ਮਹੀਨੇ ਤੋਂ ਅਸੀਂ ਇੰਨੇ ਕੁ ਮੰਗ ਪੱਤਰ ਦਿੱਤੇ ਵੀ ਸਾਡੇ ਜਿਹੜੇ ਜਿਮ ਖੋਲ੍ਹੇ ਜਾਣ। ਅਸੀਂ ਆਪਣੇ ਲੈਵਲ ਤੇ ਵੀ ਕੀਤੇ, ਪੰਜਾਬ ਲੈਵਲ ਤੇ ਕੀਤੇ, DC ਟੋਟਲ ਪੰਜਾਬ। ਅਸੀਂ ਪੰਜਾਬ ਜਿਮ ਵੈਲਫੇਅਰ ਸੁਸਾਇਟੀ ਬਣਾਈ, ਉਹਦਾ ਮੈਂ ਐਜ਼ ਏ ਕੈਸ਼ੀਅਰ ਹਾਂ ਔਰ ਫਗਵਾੜਾ ਜਿਮ ਵੈਲਫੇਅਰ ਸੁਸਾਇਟੀ ਦਾ ਮੈਂ ਪ੍ਰੈਜ਼ੀਡੈਂਟ ਹਾਂ। ਅਸੀਂ ਬੜੀ ਮਿਹਨਤਾਂ ਕੀਤੀਆਂ ਆਪਣੇ ਪ੍ਰਸ਼ਾਸਨ ਦੀਆਂ ਵੀ ਸਾਡੀ ਜਿਹੜੀ ਆਵਾਜ਼ ਸਟੇਟ ਗਵਰਨਮੈਂਟ ਤੱਕ ਜਾਂ ਸੈਂਟਰ ਗਵਰਨਮੈਂਟ ਤੱਕ ਪਹੁੰਚਾਈ ਜਾਵੇ ਕਿ ਜਿਮ ਖੋਲ੍ਹੇ ਜਾਣ ਤਾਂ ਕਿ ਬੱਚੇ ਜਿਹੜੇ ਆ ਫਰਸਟਡ ਹੋ ਰਹੇ ਆ ਤੇ ਉਹਨਾਂ ਨੂੰ ਐਕਸਰਸਾਈਜ਼ ਕਰਨ ਦਾ ਮੌਕਾ ਮਿਲੇ। ਪਰ ਸਾਡੀ ਜਿਹੜੀ ਆ ਉਹ ਮੰਗ ਪੂਰੀ ਨਹੀਂ ਹੋਈ ਹਜੇ ਤੱਕ। ਬੜਾ ਮੁਸ਼ਕਲ ਦਾ ਦੌਰ ਚੱਲ ਰਿਹਾ। ਸਭ ਤੋਂ ਮੁਸ਼ਕਲ ਦਾ ਦੌਰ ਇਸ ਵੇਲੇ ਇਹ ਚੱਲ ਰਿਹਾ ਵੀ ਜਿਹੜੇ ਜਿਮ ਦੇ ਓਨਰ ਜਾਂ ਟ੍ਰੇਨਰ ਆ ਉਹਨਾਂ ਦੀਆਂ ਫੈਮਲੀਆਂ ਜਿਹੜੀਆਂ ਆ ਉਹ ਸਾਰੇ ਬੇਰੁਜ਼ਗਾਰ ਹੋ ਚੁੱਕੇ ਆ। ਘਰ ਦੇ ਖਰਚੇ ਕਰਨੇ ਬੜੇ ਮੁਸ਼ਕਲ ਹੋ ਚੁੱਕੇ ਆ ਔਰ ਹਰ ਖੇਤਰ ਦੇ ਉੱਤੇ ਇਸ ਦੀ ਮਾਰ ਪਈ ਆ। ਕਰੋਨਾ ਦੀ ਲਾਕਡਾਊਨ ਦੀ ਹਰ ਖੇਤਰ ਦੇ ਉੱਤੇ ਮਾਰ ਪਈ ਆ। ਹੁਣ ਜਿਮ ਮਾਲਕਾਂ ਲਈ ਥੋੜ੍ਹਾ ਜਿਹਾ ਲੰਬਾ ਹੋ ਗਿਆ, ਰੈਸਟੋਰੈਂਟ ਵਾਲਿਆਂ ਲਈ ਵੀ ਲੰਬਾ ਹੋਇਆ, ਸਿਨੇਮਾ ਵਾਲਿਆਂ ਲਈ ਵੀ ਲੰਬਾ ਹੋ ਗਿਆ, ਫਿਲਮ ਇੰਡਸਟਰੀ ਲਈ ਲੰਬਾ ਹੋ ਗਿਆ। ਉਹ ਸਾਰਿਆਂ ਦੇ ਉੱਤੇ ਮਾਰ ਪੈ ਰਹੀ ਹੈ, ਕਿਸੇ ਤੇ ਬਹੁਤੀ ਤੇ ਕਿਸੇ ਤੇ ਥੋੜ੍ਹੀ। ਪਰ ਮਸਲਾ ਇਹ ਹੈ ਕਿ ਜਦੋਂ ਤੁਹਾਨੂੰ ਇੱਕ ਪੰਜਾਬੀ ਦੇ ਨਾਤੇ ਅਸੀਂ ਗੱਲ ਕਰਦੇ ਤੁਹਾਡੇ ਨਾਲ, ਜਦੋਂ ਇੱਕ ਸਪੋਰਟਸਮੈਨ ਦੇ ਤੌਰ ਤੇ ਤੁਹਾਡੇ ਨਾਲ ਗੱਲ ਕਰਦੇ ਹਾਂ, ਜਦੋਂ ਰਿਕਾਰਡ ਹੋਲਡਰ ਦੇ ਨਾਮ ਤੇ ਗੱਲ ਕਰਦੇ ਤੁਹਾਡੇ ਨਾਲ, ਤੇ ਪੰਜਾਬ ਦੇ ਵਿੱਚ ਜਿਹੜੀ ਅਲਾਮਤ ਦੀ ਤੁਸੀਂ ਗੱਲ ਕੀਤੀ ਕਿ ਕਲੰਕ ਲੱਗਾ ਨਸ਼ੇ ਨੂੰ ਲੈ ਕੇ, ਇਹ ਚਾਹੇ ਖੇਡਾਂ ਹੋਣ, ਚਾਹੇ ਹੈਲਥ ਕਲੱਬ ਹੋਣ ਤੇ ਚਾਹੇ ਇਦਾਂ ਦੀਆਂ ਹੋਰ ਐਕਟੀਵਿਟੀਜ਼ ਹੋਣ, ਇਹ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਕਿਨਾਰੇ ਤੇ ਲੈ ਕੇ ਜਾਂਦੀਆਂ। ਲੱਗਦਾ ਨਹੀਂ ਹੈ ਕਿ ਸਰਕਾਰ ਠੇਕੇ ਖੋਲੀ ਜਾ ਰਹੀ ਹੈ, ਬੱਸਾਂ 'ਚ ਸਵਾਰੀਆਂ ਪੂਰੀਆਂ ਬਿਠਾਉਣ ਦੀ ਇਜਾਜ਼ਤ ਦੇਈ ਜਾ ਰਹੀ ਹੈ, ਪਰ ਜਿੱਥੇ ਸਿਹਤ ਦੀ ਗੱਲ ਆਉਂਦੀ ਹੈ, ਸਿਹਤ ਦੀ ਗੱਲ ਆਉਂਦੀ ਹੈ, ਦੋਨੋਂ ਚੀਜ਼ਾਂ ਆਉਂਦੀਆਂ, ਉੱਥੇ ਕਿਤੇ ਨਾ ਕਿਤੇ ਥੋੜ੍ਹੀ ਕੰਨੀ ਕਤਰਾ ਰਹੀ ਹੈ। ਬਿਲਕੁਲ ਕੰਨੀ ਕਤਰਾ ਰਹੀ ਆ। ਦੇਖੋ ਲੱਖਾਂ ਦੇ ਤਾਦਾਦ ਦੇ ਵਿੱਚ ਅੱਜ ਦੇਸ਼ ਦੇ ਵਿੱਚ ਜਿਹੜੀ ਕਰੋਨਾ ਪੋਜ਼ਿਟਿਵ ਜਿਹੜੇ ਪਾਏ ਗਏ ਆ, ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਵੀ ਜਿਮ ਤਾਂ ਬੰਦ ਆ, ਫਿਰ ਇਹ ਕਿੱਥੋਂ ਆਏ? ਵੀ ਜੇ ਤੁਸੀਂ ਸਾਰਾ ਕੁਝ ਖੋਲ੍ਹ ਸਕਦੇ ਆ, ਬੱਸਾਂ ਦੇ ਵਿੱਚ ਫੁੱਲ ਕਪੈਸਿਟੀ ਦੇ ਤੁਸੀਂ ਸਵਾਰੀ ਚੱਕ ਸਕਦੇ ਆ, ਤਾਂ ਤੁਸੀਂ ਜਿਮ ਨੂੰ ਵੀ ਨਿਰਦੇਸ਼ ਦਿਓ ਜੀ। ਇਹਨਾਂ ਵਾਸਤੇ SPO ਬਣਾਓ ਤਾਂ ਕਿ ਅਸੀਂ ਵੀ ਆਪਣੇ ਜਿਮ ਜਿਹੜੇ ਖੋਲ੍ਹੀਏ ਤਾਂ ਕਿ ਬੱਚੇ ਆਪਣੀ ਐਕਸਰਸਾਈਜ਼ ਕਰ ਸਕਣ। ਜੇ ਅਸੀਂ ਅੱਗੇ 15-20 ਬੱਚੇ ਐਟ ਏ ਟਾਈਮ ਹੁੰਦੇ ਸੀ, ਅਸੀਂ ਇਹ ਵੀ ਕਹਿ ਚੁੱਕੇ ਵੀ ਅਸੀਂ 5 ਤੋਂ ਵੱਧ ਨਹੀਂ ਰੱਖਾਂਗੇ ਤਾਂ ਕਿ ਸੋਸ਼ਲ ਡਿਸਟੈਂਸ ਨੂੰ ਧਿਆਨ 'ਚ ਰੱਖਦੇ ਹੋਏ ਤੇ ਪੂਰੇ ਪ੍ਰੀਕਾਸ਼ਨ ਦੇ ਨਾਲ ਅਸੀਂ ਐਕਸਰਸਾਈਜ਼ ਕਰਾਵਾਂਗੇ। ਸਭ ਤੋਂ ਵੱਡੀ ਗੱਲ ਤਾਂ ਅਸੀਂ ਕੈਪਟਨ ਸਾਹਿਬ ਨੂੰ ਜਦੋਂ ਕਿਹਾ, ਕੈਪਟਨ ਸਾਹਿਬ ਕਹਿੰਦੇ ਆ ਵੀ ਬੱਚੇ ਬਹੁਤ ਕਹਿ ਰਹੇ ਆ ਵੀ ਐਕਸਰਸਾਈਜ਼ ਸ਼ੁਰੂ ਕਰਾਈ ਜਾਵੇ। ਵੀ ਮੈਂ ਉਹਨਾਂ ਨੂੰ ਇਹ ਗੱਲ ਕਹਿੰਦਾ ਵੀ ਉਹ ਗਰਾਊਂਡ 'ਚ ਜਾ ਕੇ ਐਕਸਰਸਾਈਜ਼ ਕਰਨ। ਕਹਿੰਦੇ ਮੈਨੂੰ 1700 ਮੈਸੇਜ ਆਇਆ ਵੀ ਜਿਮ ਖੋਲ੍ਹੇ ਜਾਣ। ਉਹ ਕਹਿੰਦੇ ਜੀ ਗਰਾਊਂਡ 'ਚ ਐਕਸਰਸਾਈਜ਼ ਕਰੋ, ਉੱਥੇ ਜਾ ਕੇ ਦੌੜਾ ਲਾਓ। ਅਸੀਂ ਉਹਨਾਂ ਨੂੰ ਇਹ ਗੱਲ ਕਹਿੰਦੇ ਵੀ ਅਸੀਂ ਐਕਸਰਸਾਈਜ਼ ਦੀ ਗੱਲ ਨਹੀਂ ਕਰ ਰਹੇ, ਇਹ ਜਿਮ ਦੇ ਓਨਰ ਆ, ਇਹ ਮਾਲਕ ਬੋਲ ਰਿਹਾ ਵੀ ਸਾਡੇ ਰੋਜ਼ਗਾਰ ਨੂੰ ਚਲਾਇਆ ਜਾਵੇ। ਜੇ ਰੋਜ਼ਗਾਰ ਚੱਲੂਗਾ ਤਾਂ ਸਾਡੇ ਪਰਿਵਾਰ ਜਿਹੜੇ ਚੱਲਣਗੇ। ਆਉਣ ਵਾਲਾ ਟਾਈਮ ਜਿਹੜਾ ਜਿਮ ਦੇ ਵਾਸਤੇ ਬਹੁਤ ਔਖਾ। ਦੇਖੋ ਬਿਜਲੀ ਦੇ ਬਿੱਲ ਰੈਗੂਲਰ ਆ ਰਹੇ ਆ, ਬੈਂਕ ਦੀ EMI ਵਗੈਰਾ ਰੈਗੂਲਰ ਆ ਰਹੀ ਆ, ਵਿਆਜ ਜਿਹੜੇ ਰੈਗੂਲਰ ਪੈ ਰਿਹਾ, ਬੈਂਕ ਤੋਂ ਫੋਨ ਆਇਆ ਟ੍ਰਾਂਜੈਕਸ਼ਨ ਕਰੋ ਆਪਣੀ। ਜਦ ਸਾਡਾ ਕੰਮ ਹੀ ਹੈ ਨਹੀਂ ਤਾਂ ਟ੍ਰਾਂਜੈਕਸ਼ਨ ਕੀ ਕਰਾਂਗੇ? ਬਿਲਡਿੰਗ ਦੇ ਕਿਰਾਏ ਦੇਖੋ 50,000 ਤੋਂ ਲੈ ਕੇ 1.5 ਲੱਖ ਰੁਪਏ ਤੱਕ ਇੱਕ ਬਿਲਡਿੰਗ ਦਾ ਕਿਰਾਇਆ ਪੰਜਾਬ ਦੇ ਵਿੱਚ, ਕਿਉਂਕਿ ਜਿਮ ਜਿਹੜੇ ਛੋਟੇ ਦੁਕਾਨ ਨਹੀਂ ਹੈਗੇ, ਇਹ ਕਮ ਸੇ ਕਮ 2,000 ਜਾਂ 3,000 ਜਾਂ ਇਸ ਤੋਂ ਉੱਪਰ ਇੰਨੇ ਸਕੁਅਰ ਫੁੱਟ ਦੇ ਵਿੱਚ ਇਹ ਬਣਾਏ ਜਾਂਦੇ ਆ ਤੇ ਬੜੀ ਮੁਸ਼ਕਲ ਹੋ ਰਹੀ ਆ। ਤੇ ਅਸੀਂ ਕਹਿੰਦੇ ਵੀ ਅਸੀਂ ਜਿਮ ਬੰਦ ਰੱਖਾਂਗੇ, ਅਸੀਂ ਸਰਕਾਰ ਨੂੰ ਕਿਹਾ ਅਸੀਂ ਜਿਮ ਬੰਦ ਰੱਖਾਂਗੇ, ਪਰ ਸਾਡੇ ਵਾਸਤੇ ਕੋਈ ਕੰਪਨਸੇਸ਼ਨ ਤਾਂ ਦਿਓ ਜੀ। ਅਸੀਂ ਵੀ ਦੇਸ਼ ਦੇ ਨਾਗਰਿਕ ਆ, ਅਸੀਂ ਵੋਟਾਂ ਪਾਈਆਂ ਆ, ਸਾਡਾ ਹੱਕ ਬਣਦਾ, ਸਾਡਾ ਰਾਈਟ ਆ ਵੀ ਸਾਨੂੰ ਵੀ ਤੁਸੀਂ ਕੋਈ ਪੈਕੇਜ ਇਦਾਂ ਦਾ ਦਿਓ ਤਾਂ ਕਿ ਅਸੀਂ ਆਪਣੇ ਪਰਿਵਾਰਾਂ ਨੂੰ ਚਲਾ ਸਕੀਏ, ਕਿਉਂਕਿ ਬੱਚਿਆਂ ਦੀਆਂ ਫੀਸਾਂ ਸਾਰਿਆਂ ਨੇ ਦੇਣੀਆਂ। ਸਾਡੇ ਨਾਲ ਜਿਹੜੇ ਟ੍ਰੇਨਰ ਜੁੜੇ ਹੋਏ ਅਸੀਂ ਉਹਨਾਂ ਨੂੰ ਹੈਲਪ ਕੀਤੀ, ਪਰ ਅਸੀਂ ਕਿੰਨਾ ਚਿਰ ਕਰ ਸਕਦੇ ਹਾਂ? ਤੁਹਾਨੂੰ ਜੇ ਕੰਪਨਸੇਸ਼ਨ ਦੀ ਗੱਲ ਕਰ ਲਈ, ਵੈਸੇ ਉਮੀਦ ਘੱਟ ਆ ਸਰਕਾਰਾਂ ਤੋਂ ਕੰਪਨਸੇਸ਼ਨ ਦੇਣਗੀਆਂ। ਜੇ ਤੁਹਾਨੂੰ ਦੇ ਵੀ ਦਿੰਦੇ ਆ ਕੰਪਨਸੇਸ਼ਨ, ਤੁਹਾਨੂੰ ਕੰਪਨਸੇਸ਼ਨ ਮਿਲ ਜਾਏਗੀ, ਪਰ ਜਿਹੜੇ ਤੁਹਾਡੇ ਵਿਦਿਆਰਥੀ, ਜਿਹੜੇ ਤੁਹਾਡੇ ਜਿਮ 'ਚ ਆਉਣ ਵਾਲੇ ਨੌਜਵਾਨ, ਉਹਨਾਂ ਦੀ ਸਿਹਤ ਦੀ ਐਕਸਰਸਾਈਜ਼ ਦੇ ਵਿੱਚ ਜਿਹੜਾ ਗੈਪ ਪੈਣਾ ਆ, ਉਹਨੂੰ ਗੈਪ ਨੂੰ ਕਿੱਦਾਂ ਪੂਰਾ ਕਰਨਗੇ? ਵੱਡੀ ਸਮੱਸਿਆ ਤਾਂ ਇਹ ਵੀ ਹੈ ਨਾ ਉਹਨਾਂ ਲਈ, ਉਹ ਨਹੀਂ ਪੂਰਾ ਕਰ ਪਾਉਣਗੇ। ਸੋ ਇਹ ਵਾਪਸ ਫਿਰ ਮੈਂ ਉਸੇ ਪਾਸੇ ਆਉਣਾ, ਤੁਹਾਡੇ ਰੈਕਰਡਸ ਦੇ ਬਾਰੇ ਤੇ ਤੁਹਾਡੇ ਸਪੋਰਟਸ ਦੇ ਬਾਰੇ ਦੁਬਾਰਾ ਫਿਰ ਆਉਣਾ। ਆਮ ਤੌਰ 'ਤੇ ਕੀ ਹੁੰਦਾ ਹੈ ਕਿ ਬਹੁਤ ਸਾਰੇ ਪ੍ਰੋਫੈਸ਼ਨ ਇੱਦਾਂ ਦੇ ਹੁੰਦੇ ਆ ਜਿਹਦੇ ਵਿੱਚ ਜੇ ਕੋਈ ਵਿਅਕਤੀ ਉਸ ਪ੍ਰੋਫੈਸ਼ਨ ਦੇ ਵਿੱਚ ਮਾਹਰ ਆ ਤੇ ਗਾਂ ਆਪਣੇ ਪਰਿਵਾਰ ਨੂੰ ਵੀ ਉਹਦੇ ਨਾਲ ਜੋੜਦਾ। ਕਈ ਪ੍ਰੋਫੈਸ਼ਨ ਇੱਦਾਂ ਦੇ ਵੀ ਸਾਡੇ ਹੈਗੇ ਜਿੱਥੇ ਮਾਂ-ਬਾਪ ਨਹੀਂ ਚਾਹੁੰਦਾ ਕਿ ਸਾਡੇ ਵਾਲਾ ਕੰਮ ਸਾਡਾ ਬੱਚਾ ਕਰੇ,
ਜਦੋਂ ਸਪੋਰਟਸ ਦੀ ਗੱਲ ਕਰਦੇ ਆ, ਰੱਸੀ ਟੱਪਣ ਦੀ ਗੱਲ ਕਰਦੇ ਆ, ਕੀ ਤੁਸੀਂ ਆਪਣੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਵੀ ਇਸ ਸਪੋਰਟ ਦੇ ਨਾਲ ਜੋੜਿਆ ਹੋਇਆ ਹੈ? ਬਿਲਕੁਲ, ਮੇਰਾ ਪੂਰਾ ਪਰਿਵਾਰ ਜਿਹੜਾ ਸਪੋਰਟਸ ਨਾਲ ਜੁੜਿਆ ਹੋਇਆ। ਮੇਰੇ 2 ਬੇਟੇ ਆ, ਦੋਨੇ ਰੱਸੀ ਟੱਪਣ ਦੇ ਵਿੱਚ ਪੰਜਾਬ ਚੈਂਪੀਅਨ ਆ ਔਰ ਨੈਸ਼ਨਲ ਵਿੱਚ ਉਹਨਾਂ ਦੀ ਪਲੇਸ ਆ। ਔਰ ਵੱਡਾ ਮੇਰਾ ਬੇਟਾ ਵਿਕਰਮ ਪਾਵਲਾ ਔਰ ਛੋਟਾ ਸੰਦੀਪ ਪਾਵਲਾ, ਔਰ ਦੋਨੇ ਸਪੋਰਟਸ ਨਾਲ ਜੁੜੇ ਹੋਏ ਆ। ਐਮਪੀਐਡ ਕਰ ਰਹੇ ਲਵਲੀ ਇੰਸਟੀਚਿਊਟ ਤੋਂ, ਔਰ ਜਿਮ ਨੂੰ ਵੀ ਦੇਖਦੇ ਆ। ਤੇ ਅਸੀਂ ਦੋਨਾਂ ਨੇ ਰਿਕਾਰਡ ਬਣਾਇਆ, ਮੈਂ ਔਰ ਮੇਰੇ ਬੇਟੇ ਵਿਕਰਮ ਨੇ। ਅਸੀਂ ਇੱਕੋ ਹੀ ਸਟੇਜ ਦੇ ਉੱਤੇ ਰੱਸੀ ਟੱਪਣ ਦੇ ਵਿੱਚ ਰਿਕਾਰਡ ਬਣਾਇਆ। ਮੇਰਾ 골ਡ ਸੀ ਔਰ ਉਹਦਾ ਸਿਲਵਰ ਸੀ। ਪੇਰੈਂਟਸ ਤੇ ਬੱਚੇ ਦੇ ਵਿੱਚ ਮੈਡਲ ਤਾਂ ਜਿੱਤਦੇ ਪਰ ਉਹਨਾਂ ਦਾ ਗੈਪ ਹੁੰਦਾ, ਪਰ ਅਸੀਂ ਸੇਮ ਡੇ ਸੇਮ ਸਟੇਜ ਦੇ ਉੱਤੇ ਇਹ ਰਿਕਾਰਡ ਬਣਾਇਆ, ਮੈਡਲ ਜਿੱਤ ਕੇ। ਘਰੇ ਵੀ ਮੁਕਾਬਲਾ ਕਰਦੇ ਹੋ ਫਿਰ ਰੱਸੀ ਟੱਪਣ ਦਾ? ਬਿਲਕੁਲ ਚੱਲਦਾ। ਜਦੋਂ ਮੈਂ ਰੱਸੀ ਟੱਪਦਾ ਮੇਰੇ ਬੱਚੇ ਮੈਨੂੰ ਦੇਖਦੇ ਆ, ਜਦੋਂ ਇਹ ਰੱਸੀ ਟੱਪਦਾ ਅਸੀਂ ਇੱਕ ਦੂਜੇ ਨੂੰ ਐਪਰੀਸ਼ੀਏਟ ਕਰਦੇ ਆ ਤੇ ਜਿਹੜੀ ਗੇਮ ਆ ਉਹਨੂੰ ਅਪ ਕਰਦੇ ਆ। ਔਰ ਜਿਮ ਦੇ ਵਿੱਚ ਵੀ ਐਜ਼ ਏ ਬਾਡੀ ਬਿਲਡਰ ਦੋਨੇ ਨੈਸ਼ਨਲ ਪਲੇਅਰ ਆ ਜੀ। ਆਪਣੇ ਫੈਡਰੇਸ਼ਨ ਕੱਪ ਦੇ ਵਿੱਚ ਮੇਰਾ ਜਿਹੜਾ ਬੇਟਾ ਉਹਦੇ 5th ਪੋਜੀਸ਼ਨ ਆ ਔਰ ਫਸਟ ਟਾਈਮ ਉਹ ਨੈਸ਼ਨਲ ਖੇਡਣ ਗਿਆ ਸੀ ਔਰ ਸਕਾਲਰਸ਼ਿਪ ਲੈ ਰਿਹਾ ਦੋਨੇ ਲਵਲੀ ਦੇ ਉੱਤੋਂ ਜੀ। ਔਰ ਲਵਲੀ ਨੇ ਬਹੁਤ ਮਾਣ ਦਿੱਤਾ ਇਹਨਾਂ ਨੂੰ ਔਰ ਪੂਰੀ ਪਹਿਚਾਣ ਆ ਲਵਲੀ ਦੇ ਵਿੱਚ ਇਹਨਾਂ ਦੀ, ਕਿਉਂਕਿ ਇਹ ਐਕਸਟਰਾ ਆਰਡੀਨਰੀ ਆ, ਕਿਉਂਕਿ ਮੈਡਲ ਜਿੱਤੇ ਹੋਏ ਆ ਜੀ। ਤੇ ਇਸ ਕਰਕੇ ਮੈਨੂੰ ਪੂਰਾ ਮਾਣ ਆ ਆਪਣੇ ਦੇਸ਼ ਦੇ ਉੱਤੇ ਵੀ ਸਾਨੂੰ ਦੇਸ਼ ਨੇ ਬਹੁਤ ਕੁਝ ਦਿੱਤਾ ਤੇ ਅਸੀਂ ਦੇਸ਼ ਨੂੰ ਕੀ ਦੇ ਰਹੇ ਆ ਉਹਦੇ ਬਾਰੇ ਵੀ ਸਾਡਾ ਇੱਕ ਫਰਜ਼ ਬਣਦਾ ਵੀ ਅਸੀਂ ਵੀ ਦੇਸ਼ ਨੂੰ ਦੇਣਾ, ਜੋ ਕਿ ਅਸੀਂ ਆਉਣ ਵਾਲੀ ਯੂਥ ਨੂੰ ਸੰਭਾਲ ਰਹੇ ਆ। ਤਾਂ ਕਿ ਸਾਡੀ ਕੋਸ਼ਿਸ਼ ਆ ਵੀ ਬੱਚੇ ਜਿਹੜੇ ਆ ਉਹ ਨਸ਼ਿਆਂ ਤੋਂ ਦੂਰ ਰਹਿਣ। ਪੰਜਾਬ ਦੇ ਉੱਤੇ ਜਿਹੜਾ ਇੱਕ ਕਲੰਕ ਲੱਗ ਚੁੱਕਿਆ, ਅਸੀਂ ਉਹਨੂੰ ਦੂਰ ਕਰੀਏ। ਅਸੀਂ ਸਰਕਾਰ ਨੂੰ ਇਹੀ ਉਮੀਦ ਕਰਦੇ ਆ ਵੀ ਸਾਡੀ ਉਹ ਸਪੋਰਟ ਕਰੇ, ਸਪੋਰਟਸ ਨੂੰ ਸਪੋਰਟ ਕਰੇ, ਜਿਮ ਬਹੁਤ ਜਲਦੀ ਖੋਲ੍ਹਣ ਤਾਂ ਕਿ ਜਿਹੜਾ ਇਹ ਇੱਕ ਇਮਿਊਨਿਟੀ ਸਿਸਟਮ ਆ ਵੀ ਉਹਨੂੰ ਸਟਰੋਂਗ ਕੀਤਾ ਜਾਵੇ। ਫ੍ਰੀ ਹੈਂਡ ਐਕਸਰਸਾਈਜ਼ ਜਿੰਨੀ ਮਰਜ਼ੀ ਲਾ ਲਓ, ਪਰ ਜਿਹੜੀ ਕੁਆਲਿਟੀ ਵੇਟ ਨਾਲ ਆਉਂਦੀ ਹੈ ਨਾ ਬੋਡੀ ਦੀ, ਉਹ ਫ੍ਰੀ ਹੈਂਡ ਨਾਲ ਨਹੀਂ ਆਉਂਦੀ, ਉਹ ਰਨਿੰਗ ਕਰਨ ਨਾਲ ਨਹੀਂ ਆਉਂਦੀ। ਵੇਟ ਬਹੁਤ ਜ਼ਰੂਰੀ ਹੈ, ਚਾਹੇ ਉਹ ਕ੍ਰਿਕਟ ਆ, ਬੈਡਮਿੰਟਨ ਆ, ਕੋਈ ਵੀ ਗੇਮ ਆ। ਤੁਸੀਂ ਦੇਖੋ ਜਿੰਨੇ ਵੀ ਪਲੇਅਰ ਆ ਵੱਡੇ ਹਾਈ ਲੈਵਲ ਦੇ ਪਲੇਅਰ ਸਾਰੇ ਦੇ ਸਾਰੇ ਜਿਮ ਜਾਂਦੇ ਆ ਔਰ ਵੇਟ ਟ੍ਰੇਨਿੰਗ ਕਰਦੇ ਆ, ਕਿਉਂਕਿ ਸਟਰੈਂਥ ਜਿਹੜੀ ਉਹ ਵੇਟ ਟ੍ਰੇਨਿੰਗ ਨਾਲ ਹੀ ਆਣੀ ਆ। ਜੀ। ਸਪੋਰਟਸ ਦਾ ਤੁਹਾਨੂੰ ਬਿਹਤਰ ਪਤਾ ਹੈ ਕਿ ਕਿਸ ਤਰੀਕੇ ਨਾਲ ਕਿਹੜੀ ਚੀਜ਼ ਕਰਨ ਦੇ ਨਾਲ ਜਿਹੜਾ ਆ, ਕਿਉਂਕਿ ਕੁਝ ਟੈਕਨੀਕਸ ਵੀ ਹੁੰਦੀਆਂ। ਅਕਸਰ ਅਸੀਂ ਟੈਕਨੀਕਸ ਦਾ ਕਰਕੇ ਕਈ ਵਾਰੀ ਅੰਤਰਰਾਸ਼ਟਰੀ ਮੰਚਾਂ ਦੇ ਉੱਤੇ ਮਾਤ ਵੀ ਖਾ ਜਾਂਦੇ ਆ। ਜਿੱਦਾਂ ਤੁਸੀਂ ਬਾਅਦ ਦੱਸਿਆ ਕਿ ਇੱਥੇ ਪੱਥਰ ਦੇ ਉੱਤੇ ਰੱਸੀ ਟੱਪਦੇ ਸੀ, ਉੱਥੇ ਵੁਡਨ ਫਲੋਰ ਸੀਗਾ ਤੇ ਉੱਥੇ ਜਾ ਕੇ ਉਹ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇੱਦਾਂ ਹੀ ਸਾਡੇ ਹੁੰਦਾ ਬਹੁਤ ਸਾਰੇ ਭਲਵਾਨ ਜਿਹੜੇ ਇੱਥੇ ਮਿੱਟੀ 'ਚ ਘੁਲਦੇ ਆ, ਜਦੋਂ ਗੱਦੇ 'ਚ ਜਾ ਕੇ ਘੁਲਦੇ ਆ ਤੇ ਉੱਥੇ ਮਾਤ ਖਾ ਜਾਂਦੇ ਆ। ਮੈਨੂੰ ਲੱਗਦਾ ਕਿ ਉਹ ਟੈਕਨੀਕ ਜਿਹੜੀਆਂ ਆ ਉਹ ਸਾਨੂੰ ਅਪਣਾਉਣੀਆਂ ਪੈਣਗੀਆਂ ਜੇ ਅੰਤਰਰਾਸ਼ਟਰੀ ਪੱਧਰ ਤੇ ਅਸੀਂ ਸਪੋਰਟਸ ਦੇ ਵਿੱਚ ਆਪਣਾ ਨਾਮ ਬਣਾਉਣਾ ਹੈ। ਜਿੱਦਾਂ ਹੋਰਨਾਂ ਕੰਟਰੀਜ਼ ਦਾ, ਚਾਹੇ ਓਲੰਪਿਕਸ ਦੀ ਗੱਲ ਕਰ ਲਈਏ, ਚਾਹੇ ਅੰਤਰਰਾਸ਼ਟਰੀ ਹੋਰ ਮੁਕਾਬਲਿਆਂ ਦੀ ਗੱਲ ਕਰ ਲਈਏ, ਜਿੱਦਾਂ ਬਾਕੀ ਮੁਲਕਾਂ ਦਾ, ਸਾਡਾ ਮੁਲਕ ਦਾ ਨਾਮ ਵੀ ਉਹਨਾਂ ਤਕਨੀਕਾਂ ਦੇ ਆਸਰੇ ਤੇ ਹੀ ਬਣਨਾ। ਸਾਨੂੰ ਮਾਣ ਆ, ਤੁਸੀਂ ਗੱਲ ਕੀਤੀ ਹੈ ਕਿ ਮੁਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਆ। ਅਸੀਂ ਕਹਿੰਦੇ ਤੁਸੀਂ ਵੀ ਮੁਲਕ ਨੂੰ ਬਹੁਤ ਕੁਝ ਦਿੱਤਾ ਜਦੋਂ ਅੰਤਰਰਾਸ਼ਟਰੀ ਪੱਧਰ ਤੇ ਇਸ ਖੇਡ ਦੇ ਜ਼ਰੀਏ ਤੁਸੀਂ ਸਿਰਫ ਆਪਣਾ ਨਾਮ ਨਹੀਂ ਬਣਾਇਆ, ਬਲਕਿ ਮੁਲਕ ਦਾ ਨਾਮ ਵੀ ਜਿਹੜਾ ਉਹ ਤੁਹਾਡੇ ਨਾਲ ਹੀ ਉਸ ਅੰਤਰਰਾਸ਼ਟਰੀ ਮੰਚ ਦੇ ਉੱਤੇ ਲਿਆ ਗਿਆ। ਬਹੁਤ ਬਹੁਤ ਸ਼ੁਕਰੀਆ ਰਣਜੀਤਪਾਲ ਪਾਬਲਾ ਜੀ ਕਿ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਔਰ ਮੈਂ ਉਮੀਦ ਰੱਖਦਾ ਹਾਂ ਕਿ ਜਿਹੜੇ ਤੁਹਾਡੇ ਰੈਕਰਡਸ ਨੇ ਉਹ ਬਰਕਰਾਰ ਵੀ ਰਹਿਣਗੇ ਤੇ ਜੇ ਟੁੱਟਣਗੇ ਵੀ ਤੇ ਸਾਡੇ ਮੁਲਕ ਦੇ ਹੀ ਲੋਕ ਜਿਹੜੇ ਆ ਜਾਂ ਤੁਹਾਡੇ ਹੀ ਸ਼ਾਗਿਰਦ ਕਹਿ ਸਕਦੇ ਆ ਕਿ ਉਹ ਤੋੜਨਗੇ ਤੇ ਸਾਡੇ ਮੁਲਕ ਦਾ ਨਾਮ ਜਿਹੜਾ ਉਹ ਵਿਸ਼ਵ ਪੱਧਰ ਤੇ ਰੌਸ਼ਨ ਹੋਏਗਾ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਥੈਂਕ ਯੂ। ਮੈਂ ਵੀ ਇਹੀ ਚਾਹਨਾ ਕਿ ਜਿਹੜਾ ਮੇਰਾ ਰਿਕਾਰਡ ਆ ਉਹ ਮੇਰੇ ਦੇਸ਼ ਦਾ ਕੋਈ ਬੱਚਾ ਤੋੜੇ ਤੇ ਮੈਨੂੰ ਜ਼ਿਆਦਾ ਖੁਸ਼ੀ ਹੋਊਗੀ, ਤੇ ਤਾਂ ਕਿ ਜਿਹੜਾ ਇਹ ਰਿਕਾਰਡ ਸਾਡਾ ਇਹ ਰੈਗੂਲਰ ਚੱਲਦੇ ਰਹਿਣ ਔਰ ਸਾਡੇ ਦੇਸ਼ ਦੇ ਜਿਹੜੇ ਬੱਚੇ ਆ ਤੰਦਰੁਸਤ ਰਹਿਣ ਔਰ ਨਸ਼ਿਆਂ ਤੋਂ ਦੂਰ ਰਹਿਣ। ਔਰ ਮੇਰੀ ਸਰਕਾਰਾਂ ਨੂੰ ਇਹ ਬੇਨਤੀ ਹੈ ਕਿ ਸਪੋਰਟਸ ਨੂੰ ਸਪੋਰਟ ਕਰੋ ਔਰ ਬਹੁਤ ਜਲਦੀ ਜਿਹੜੇ ਆ ਜਿਮ ਖੋਲ੍ਹਣ ਦੀ ਆਰਡਰ ਕੀਤੇ ਜਾਣ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਰਣਜੀਤਪਾਲ ਪਾਬਲਾ ਜੀ, ਰੱਸੀ ਟੱਪਣ ਦੇ ਵਿੱਚ ਜਿਨ੍ਹਾਂ ਦੇ ਨਾਮ ਤੇ ਰਿਕਾਰਡਸ ਨੇ, ਬਾਡੀ ਬਿਲਡਿੰਗ ਦੇ ਵਿੱਚ ਉਹਨਾਂ ਨੇ ਖਿਤਾਬ ਜਿੱਤੇ ਨੇ ਤੇ ਇਸ ਵੇਲੇ ਹੈਲਥ ਕਲੱਬ ਚਲਾ ਕੇ ਨੌਜਵਾਨੀ ਨੂੰ ਸਹੀ ਸੇਧ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੇ ਨੇ। ਔਰ ਉਮੀਦ ਰੱਖਦੇ ਹਾਂ ਕਿ ਇਹ ਕਰੋਨਾ ਦਾ ਦੌਰ ਜਿਹੜਾ ਆ ਇਹਨੂੰ ਥੋੜ੍ਹਾ ਜਿਹਾ ਠੰਡ ਪੈ ਗਈ ਤੇ ਇੱਕ ਵਾਰ ਫਿਰ ਉਸੇ ਤਰੀਕੇ ਨਾਲ ਹੈਲਥ ਕਲੱਬਾਂ ਦੇ ਵਿੱਚ ਰੌਣਕ ਨਜ਼ਰ ਆਏਗੀ, ਕਿਉਂਕਿ ਉੱਥੇ ਦੀ ਰੌਣਕ ਅਸੀਂ ਨੌਜਵਾਨੀ ਦੀ ਸਹੀ ਸੇਧ ਦੇ ਰੂਪ ਦੇ ਵਿੱਚ ਤੇ ਸਿਹਤਯਾਬੀ ਦੇ ਰੂਪ ਦੇ ਵਿੱਚ ਦੇਖਦੇ ਹਾਂ। ਕਿਉਂਕਿ ਜੋ ਦਾਗ ਲਗਾਇਆ ਪੰਜਾਬ ਦੇ ਮੱਥੇ ਤੇ ਉਹ ਧੋਣਾ ਬਹੁਤ ਲਾਜ਼ਮੀ ਆ, ਉਹ ਹਟਾਉਣਾ ਬਹੁਤ ਲਾਜ਼ਮੀ ਆ। ਫਿਲਹਾਲ ਇਸੇ ਦੇ ਨਾਲ ਇਜਾਜ਼ਤ ਦਿਓ ਜਸਵੀਰ ਨੂੰ ਤੇ ਮੇਰੇ ਸਾਥੀ ਪ੍ਰਵੀਨ ਬੌਬੀ ਨੂੰ। ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਦੇਖਦੇ ਰਹੋ ਟੀਵੀ ਪੰਜਾਬ।